मेरे राम राए तू संतां का संत तेरे। मेरे राम राए तू संतां का संत तेरे। मेरे इत्थों दा पिछड़ गुरमत दे धारनी हाजरीन, वाहिगुरू जी का खालसा वाहिगुरू जी की फतेह। अज कुदरत दी संभाल दे बाबा बोड़ भगत पूर्ण सिंह जी दे इंस्टीट्यूट दे विच अज मैनू इस विषय ते बोलण लई अत्यंत खुशी हो रही है और नाल दी नाल मैं अपने आप नू बहुत छोटा महसूस कर रहा क्योंकि भगत पूर्ण सिंह जी ने सारा काम प्रैक्टिकली अपने हत्थीं कीता ते मैं ते खाली गल्लां ही करनियां ने। फ्रॉम द ऑरिकल्स एंड वेंट्रिकल्स ऑफ माई हार्ट I salute this institute, नमस्कार करदा हां और इस इंस्टीट्यूट नू अगे ले जाण दे लई जिम्मेवारी सिर्फ ते सिर्फ बीबी इंद्रजीत कौर जी दी नहीं, ये साडी सारियां दी जिम्मेवारी है। हरेक औखे सौखे मौके दे उत्ते इन्हां दे नाल रहना है और हर तरीके दे नाल इन्हां दे नाल योगदान पाउणा है। गुरबाणी दियां ये तुकां तुसीं मेरे बोलण तो पहलां ही पढ़ लईआं ने। पानी जीवन का आधार है, ये कुदरत के स्रोत हवा पानी धरती पिता माता गुरु के समान दर्शाए गए हैं और ये कुदरत परमात्मा ने आप क्रिएट की है। ही इज़ द क्रिएटर ऑफ दिस यूनिवर्स और आप इहदे विच कण कण दे विच समा रहा है, वस रहा है कुदरत दे विच। कुदरत दियां दातां हवा पानी धरती वनस्पति रुख पेड़ पौधे जीव जंतु जंगल पहाड़ ते मनुख इस दा हिस्सा हन और परमात्मा कुदरत दे विच अभेद है। कुदरत दे नाल जुड़ के असी परमात्मा नाल जुड़ सकते हाँ। कुदरत की महत्ता समझिए, स्रोतां का सत्कार करिए, कुदरत के नियमां की पालना करिए। इस कादर की कायनात की रखवाली करना साडा परम धर्म है। विकास देखिए विकास के नां दे उत्ते कुदरत का विनाश हो रहा है। कुदरती साधना की अंधाधुंध वरतों हो रही है। मैनू याद आ रहे ने बोल डॉक्टर स्वामीनाथन दे, तुसीं अक्सर पढ़ते हो, किसानां वल्लों उन्हां दा नाम अखबारां दे विच अक्सर आउंदा रहिंदा है। कुदरत इंसान दियां लोड़ां तां पूरियां कर सकदी है,
ਨੀਡਸ ਤਾਂ ਪੂਰੀਆਂ ਕਰ ਸਕਦੀ ਹੈ, ਪਰ ਇਨਸਾਨ ਦਾ ਗਰੀਡ ਪੂਰਾ ਨਹੀਂ ਕਰ ਸਕਦੀ। ਵੱਧਦੀ ਆਬਾਦੀ ਅਤੇ ਬਦਲ ਰਹੀ ਜੀਵਨ ਸ਼ੈਲੀ, ਆਬਾਦੀ ਦਾ ਝਲਕਾਰਾ ਤੁਹਾਨੂੰ ਮਿਲ ਰਿਹਾ ਵਰਲਡ ਦੇ ਵਿੱਚ, ਤੇ ਜੀਵਨ ਸ਼ੈਲੀ ਵੀ ਬਹੁਤ ਬਦਲ ਰਹੀ ਹੈ, which has become against the nature। ਆਦਮੀ ਆਪਣੇ ਆਪ ਨਾਲੋਂ ਟੁੱਟ ਰਿਹਾ ਹੈ, ਧਰਮ ਨਾਲੋਂ ਟੁੱਟ ਰਿਹਾ ਹੈ, ਵਿਰਸੇ ਨਾਲੋਂ ਟੁੱਟ ਰਿਹਾ ਹੈ, ਸੱਭਿਆਚਾਰ ਨਾਲੋਂ ਟੁੱਟ ਰਿਹਾ ਹੈ, ਕੁਦਰਤ ਨਾਲੋਂ ਵੀ ਟੁੱਟ ਰਿਹਾ ਹੈ। ਵਾਤਾਵਰਨ ਦਾ ਪ੍ਰਦੂਸ਼ਣ ਅੰਧਾ ਧੁੰਦ ਹੋ ਰਿਹਾ ਹੈ। ਭਗਤ ਪੂਰਨ ਸਿੰਘ ਜੀ ਤੇ ਕੱਲ੍ਹ ਫਿਲਮ ਆਪਾਂ ਦੇਖੀ ਆ, ਕਿੱਦਾਂ ਉਹਦੇ ਵਿੱਚ ਕਿੱਦਾਂ ਫੈਕਟਰੀਆਂ, ਕਾਰਾਂ ਦਾ ਧੂੰਆਂ, ਭਗਤ ਜੀ ਤੇ ਕਾਰ ਤੇ ਨਹੀਂ ਸੀ ਚੜ੍ਹਦੇ ਕਿ ਇਹ ਪੋਲਿਊਸ਼ਨ ਕ੍ਰੀਏਟ ਕਰ ਰਹੀ ਹੈ। ਤੇ ਅੱਜ ਉਸ ਤੋਂ ਕਿੱਡਾ ਵੱਡਾ ਮਲਟੀਪਲਾਇਰ ਇਹਨਾਂ ਨੂੰ ਲੱਗ ਚੁੱਕਾ, ਤੇ ਵਾਤਾਵਰਨ ਦੇ ਵਿੱਚ ਉਥਲ ਪੁਥਲ, ਓਸੀਲੇਸ਼ਨਸ, ਵਾਇਲੇਸ਼ਨਸ, ਐਕਸਟ੍ਰੀਮਸ ਆਫ environment, be it rainfall, be it temperature, be it high or be it low। ਮਨੁੱਖ ਦੀ ਲਾਲਸਾ ਦੀ ਭੇਟ ਚੜ੍ਹ ਰਹੇ ਹਨ ਕੁਦਰਤ ਦੇ ਸਰੋਤ। ਕਿੱਥੇ ਗਿਆ? ਅੱਗੇ ਹੋ ਨਹੀਂ ਰਿਹਾ, ਲੌਕ ਹੋ ਗਿਆ। ਨੀਡ ਬੇਸਡ ਯੂਜ਼ ਆਫ ਨੈਚੁਰਲ ਰਿਸੋਰਸਿਸ, ਲੋੜ ਮੁਤਾਬਕ ਸਾਨੂੰ ਇਹਨਾਂ ਦੀ ਵਰਤੋਂ ਕਰਨੀ ਪਏਗੀ। ਇਹਦੇ ਲਈ ਇੰਪਰੂਵਡ ਮੈਨੇਜਮੈਂਟ ਪ੍ਰੈਕਟਿਸਿਸ ਖੇਤੀ ਦੇ ਵਿੱਚ, ਜੋ ਸਰੋਤ ਨੇ, ਪਾਣੀ ਹੈ ਚਾਹੇ ਉਹ ਸੋਇਲ ਹੈ, ਇਹਦੀ ਲੋੜ ਮੁਤਾਬਕ ਐਫੀਸ਼ੀਐਂਟ ਯੂਜ਼, ਕ੍ਰੌਪਸ ਐਫੀਸ਼ੀਐਂਟ ਯੂਜ਼, ਉਹਦੇ ਵਿੱਚ ਸਟ੍ਰੈਸ ਟੋਲਰੈਂਟ ਵਰਾਇਟੀਜ਼, ਜੋ ਇਹ ਸਟ੍ਰੈਸ ਇਨਵਾਇਰਨਮੈਂਟ ਦੇ ਵਿੱਚ ਕ੍ਰੀਏਟ ਹੋ ਰਿਹਾ, ਉਹਦੇ ਮੁਤਾਬਕ ਉਹਨਾਂ ਨੂੰ ਅਡੈਪਟ ਕਰਨ ਵਾਲੀਆਂ ਵਰਾਇਟੀਜ਼, ਕਲਾਈਮੇਟ ਸਮਾਰਟ ਪ੍ਰੋਡਕਸ਼ਨ ਸਿਸਟਮ, ਕਲਾਈਮੇਟ ਰੈਜ਼ੀਲੀਐਂਟ ਐਗਰੀਕਲਚਰ। ਇੱਦਾਂ ਦਾ ਬਦਲਾਵ ਸਾਨੂੰ ਐਗਰੀਕਲਚਰ ਦੇ ਵਿੱਚ ਲਿਆਉਣਾ ਪਵੇਗਾ, ਤਾਂ ਹੀ ਸਾਡੀ ਜਿਹੜੀ ਫੂਡ ਸਿਕਿਉਰਿਟੀ ਹੈ ਉਹ ਬਰਕਰਾਰ ਰਹਿ ਸਕਦੀ ਹੈ, ਤਾਂ ਹੀ ਸਾਡਾ ਲਾਈਵਲੀਹੁੱਡ ਇਸ ਦੇ ਉੱਤੇ ਰਹਿ ਸਕਦਾ ਹੈ, ਔਰ ਤਾਂ ਹੀ ਸਾਡੀ ਜਿਹੜੀ ਇਨਵਾਇਰਨਮੈਂਟ ਹੈ ਉਹ ਸਿਕਿਉਰ ਹੋ ਸਕਦਾ। ਇਹਦੇ ਲਈ ਸਾਨੂੰ ਐਗਰੀਕਲਚਰ ਨੂੰ ਰੀਸ਼ੇਪ ਕਰਨਾ ਪਏਗਾ। ਰਾਦਰ ਦੈਨ ਨੈਟ ਕੰਟਰੀਬਿਊਟਰ ਟੂ ਗਲੋਬਲ ਵਾਰਮਿੰਗ, ਅਕਸਰ ਆਖਿਆ ਜਾਂਦਾ ਕਿ ਇਹ ਜੋ ਕਲਾਈਮੇਟ ਚੇਂਜ ਹੋ ਰਹੀ ਹੈ, ਗਲੋਬਲ ਵਾਰਮਿੰਗ ਹੋ ਰਹੀ ਹੈ, ਇਹਦੇ 'ਚ ਮੇਜਰ ਕੰਟਰੀਬਿਊਸ਼ਨ ਵੀ ਐਗਰੀਕਲਚਰ ਦੀ ਹੈ। ਕਈ ਵਾਰੀ ਕਈ ਲੋਕ ਹੈਰਾਨ ਹੁੰਦੇ ਆ ਵੀ ਇਹ ਤਾਂ ਕਾਰਬਨ ਡਾਈਆਕਸਾਈਡ ਲੈਂਦੇ ਨੇ ਪੌਦੇ, ਤੇ ਆਕਸੀਜਨ ਛੱਡਦੇ ਨੇ, ਇਹ ਕਿੱਦਾਂ ਹੋ ਗਿਆ ਕਿ 60% ਕੰਟਰੀਬਿਊਸ਼ਨ ਵੀ ਇਹਦੀ ਆ ਬਦਲਾਵ ਲਿਆਉਣ ਦੇ ਵਿੱਚ। ਆਪਾਂ ਨੈਕਸਟ ਸਲਾਈਡ ਦੇ ਵਿੱਚ ਗੱਲਾਂ ਕਰਾਂਗੇ। ਸੋ ਰਾਦਰ ਦੈਨ ਕੰਟਰੀਬਿਊਟਰ ਟੂ ਗਲੋਬਲ ਵਾਰਮਿੰਗ, ਇਹਨੂੰ ਇੱਦਾਂ ਚੇਂਜ ਕਰੀਏ ਕਿ ਇਹ ਮਿਟੀਗੇਟਰ ਆਫ ਗਲੋਬਲ ਵਾਰਮਿੰਗ ਹੋ ਜਾਵੇ, ਰਾਦਰ ਗਲੋਬਲ ਵਾਰਮਿੰਗ ਨੂੰ ਘੱਟ ਕਰੇ। ਪਹਿਲਾ ਸਰੋਤ ਹਵਾ। ਆਪਾਂ ਅਕਸਰ ਦੇਖਦੇ ਹਾਂ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਂਦੇ ਨੇ। ਕੀ ਹਾਲ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਜਦੋਂ ਅੱਗ ਲੱਗਦੀ ਹੈ, ਸਾਰਾ ਪੰਜਾਬ ਦਾ ਕੀ ਹਾਲ ਹੁੰਦਾ ਹੈ। ਔਰ ਜੇ ਖੁਦਾ ਨਾ ਖਾਸਤਾ ਕਿਤੇ ਇੱਦਾਂ ਦਾ ਵਾਤਾਵਰਨ ਬਣ ਜਾਵੇ ਕਿ ਉੱਪਰ ਬੱਦਲ ਆ ਜਾਣ, ਸਾਰੇ ਦਾ ਸਾਰਾ ਉਹ ਧੂੰਆਂ ਥੱਲੇ ਟਰੈਪ ਹੋ ਜਾਵੇ,
इदां दी एक वारी ये कंडीशन आई सी, थोड़े समय ਲਈ आई सी, लेकिन सवेरे सवेरे तेज़ हवा चली, थोड़ियां जिहियां छिट्टां पईयां, ਉਹਦੇ ਨਾਲ ਸਿਚੁਏਸ਼ਨ ਚੇਂਜ ਹੋ ਗਈ। ਅਦਰਵਾਈਜ਼ ਲੋਕੀ ਹਸਪਤਾਲਾਂ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸੀ। ਜਿਹੜੇ ਅਸਥਮੈਟਿਕ ਪੇਸ਼ੈਂਟ ਹੈ, ਪਹਿਲਾਂ ਉਹਨਾਂ ਦੀ ਵਾਰੀ ਆਉਂਦੀ ਹੈ, ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ। ਸੌਰੀ। lot of chemicalization of agriculture, chemicals ਤੇ डिपेंडेंट हो गई है, और इन्नी डिपेंडेंट हो गई है कि फार्मर्स अंधाधुंध कैमिकल्स वरती जा रहे हैं, बी इट केमिकल फर्टिलाइजर्स, बी इट पेस्टिसाइड्स, फंजीसाइड्स, वीडीसाइड्स। ਜਦੋਂ मैं पंजाब एग्रीकल्चर यूनिवर्सिटी ਦੇ ਵਿੱਚ सेवा करता सी तो बहुत सर्वे होंदे सी ते पता लगता सी कि किसान बहुत ज़्यादा लोड़ नालों बहुत ज़्यादा वरतों कर रहे हैं, अंधाधुंध वरतों हो रही है कैमिकल्स की। तो ये सारे कैमिकल्स, इन्हां दे फ्यूम्स हवा दे विच जाना ते पोल्यूशन नहीं करनगे तो होर की होएगा। नाल साडे अनाज दे विच पोल्यूटेंट्स जांदे ने, अनाज तो साडे कोल आंदे ने, तो सारा सिस्टम साइकिल खराब होंदा है। कुछ एक फसलां ने जिहड़ियां बहुत ज़्यादा गड़बड़ करदियां ने, झोना उन्हां दे विचों एक आ, अगे जाके आपां होर डिटेल च गल करांगे। नाइट्रोजन खाद दी पत्ता रंग चार्ट मुताबक वरतों, ये भी एक सर्वे दे विच बड़ा महत्वपूर्ण उभर के आया कि यूरिए का इस्तेमाल किसान बहुत ज़्यादा करते हैं, लोड़ नालों बहुत ज़्यादा। कीड़े ते बीमारियां दी सरपक्षी रोकथाम जे ये ढंग अपना लईए तो इस प्रदूषण तो बच सकते हैं। जे दुश्मन नूं असीं डंडे नाल मार सकते हैं तो तोप चलाउण दी, हथियार चलाउण दी की लोड़ है। कई बारी मैनूं सानूं पुछया जांदा सी जदों मैं एग्रीकल्चर यूनिवर्सिटी दे विच सी कि साडे किचन गार्डन च जी ए सब्जी नूं ए कीड़ा आ रहा, कादा स्प्रे करिए। वो भले मानस, किचन गार्डन दे विच तेरे किन्ने क बूटे ने, गिणती दे बूटे ने ना, ते छित्र परेड कर ला, उन्हां दी फड़ लै, आसानी दे नाल फड़े जा सकते, 15 मिनट नहीं लगते। और कई बारी तो जदों शुरुआत होंदी है इक्को पत्ते दे थल्ले अंडियां दे झुंड जां छोटियां सुंडियां दे झुंड, ਉਹਦੇ ਪਿਊਪੇ ਲਾਰਵੇ ਪਏ ਹੁੰਦੇ ਆ, ਇੱਕ ਪੱਤਾ ਤੋੜਨਾ ਹੀ ਸਾਰੀ ਗੱਲ ਬਣ ਜਾਂਦੀ ਹੈ। ਪ੍ਰੋਟੈਕਟਡ ਕਲਟੀਵੇਸ਼ਨ ਔਰ ਆਰਗੈਨਿਕ ਫਾਰਮਿੰਗ ਬਹੁਤ ਵਧੀਆ ਤਰੀਕਾ ਹੈ ਇਹਨਾਂ ਤੋਂ ਬਚਣ ਦਾ। ਹੁਣ ਯੂਰੀਏ ਦੀ ਮੈਂ ਦੱਸਿਆ ਸੀ ਕਿ ਫਾਰਮਰਸ ਬਹੁਤ ਵਰਤੋਂ ਕਰਦੇ ਨੇ, ਇਹਦੇ ਕੀ ਨੁਕਸਾਨ ਨੇ। एक तो बदो बदी जो किसी चीज़ की सानू लोड़ तो वध आपां पाउणे आ तो साडा खर्चा फालतू का, तो जो नाइट्रोजन की खाद ज़्यादा पाउणी आ असीं, बूटे ने उहदी वैजीटेटिव ग्रोथ ज़्यादा होनी है, बूटा सकूलेंट हो जाना है। इहदा मतलब ये है कि कीड़े ते बीमारियां नूं असीं सद्दा दे दित्ता, तो फिर कीड़े ते बीमारियां लई फिर स्प्रे करांगे। एक तो नुकसान वो कर लिया, खाद ते फालतू पैसे खर्च कर दिते, फिर कीड़े ते बीमारियां ते फालतू खर्च करांगे। तो जदों वध गई फसल, नजायज़ वैजीटेटिव ग्रोथ होगी तो वो डिगेगी। थोड़ी हवा आ गई, माड़ा जिहा झक्खड़ आया, झट थल्ले, वध नुकसान। ते दो महत्वपूर्ण जिहड़े
ਹੋਰ ਨੁਕਸਾਨ ਨੇ। ਧਰਤੀ ਹੇਠਲੇ ਪਾਣੀ ਦੇ ਵਿੱਚ ਨਾਈਟ੍ਰੇਟ ਦਾ ਜਾਣਾ, ਇਸ ਯੂਰੀਏ ਤੋਂ ਜਿਹੜਾ ਨਾਈਟ੍ਰੇਟ ਹੈ ਧਰਤੀ ਥੱਲੇ ਪਾਣੀ ਦੇ ਵਿੱਚ ਜਾ ਰਿਹਾ। ਅੱਜ ਤੋਂ 4 ਦਹਾਕੇ ਪਹਿਲਾਂ ਇਹਦਾ ਕੰਟੈਂਟ ਧਰਤੀ ਥੱਲੇ ਪਾਣੀ ਦੇ ਵਿੱਚ 0.5 ਮਿਲੀਗ੍ਰਾਮ ਸੀ ਪਰ ਲੀਟਰ, ਤੇ ਅੱਜ 4 ਦਹਾਕਿਆਂ ਬਾਅਦ ਇਹ 10 ਗੁਣਾ ਵੱਧ ਕੇ 5 ਮਿਲੀਗ੍ਰਾਮ ਪਰ ਲੀਟਰ ਹੋ ਗਿਆ। ਤੇ ਜਸਟ ਇਹਨੂੰ 2 ਨਾਲ ਗੁਣਾ ਕਰਨ ਦੀ ਲੋੜ ਆ। ਹੁਣ ਤਾਂ ਥੋੜਾ ਜਿਹਾ ਕੰਮ ਰਹਿ ਗਿਆ ਕਿ ਇਸ ਤੋਂ ਬਾਅਦ ਤੁਹਾਡਾ ਕੋਈ ਆਰਓ ਵੀ ਇਹਨੂੰ ਫਿਲਟਰ ਨਹੀਂ ਕਰ ਸਕੇਗਾ। ਨਾਈਟ੍ਰੇਟ ਕੋਈ ਆਰਓ ਇਹਨੂੰ ਫਿਲਟਰ ਨਹੀਂ ਕਰ ਸਕਦਾ। ਬਲੂ ਬੇਬੀ ਸਿੰਡਰੋਮ ਬਿਮਾਰੀਆਂ, ਇੱਕ ਨਵਾਂ ਖਾਤਾ ਬਿਮਾਰੀਆਂ ਦਾ ਸ਼ੁਰੂ ਸਮਝੋ ਹੋਣ ਵਾਲਾ ਹੈ। ਨਾਈਟਰਸ ਆਕਸਾਈਡ, ਇਸ ਤੋਂ ਦੂਸਰਾ ਗੈਸ ਨਾਈਟਰਸ ਆਕਸਾਈਡ ਬਣਦੀ ਹੈ, ਜਿਹੜੀ ਉੱਡ ਕੇ ਸਾਡੀ ਹਵਾ ਦੇ ਵਿੱਚ ਰਲਦੀ ਹੈ, ਉਹਨੂੰ ਪੋਲਿਊਟ ਕਰਦੀ ਹੈ। ਔਰ ਇਸ ਨਾਈਟਰਸ ਆਕਸਾਈਡ ਦੀ ਪੋਲਿਊਟ ਕਰਨ ਦੀ ਤਾਕਤ ਕਾਰਬਨ ਡਾਈਆਕਸਾਈਡ ਨਾਲੋਂ 300 ਗੁਣਾ ਆ। ਕਾਰਬਨ ਡਾਈਆਕਸਾਈਡ ਦੇ 300 ਐਟਮ ਤੇ ਨਾਈਟਰਸ ਆਕਸਾਈਡ ਦਾ 1 ਬਰਾਬਰ ਹਿਸਾਬ ਬਰਾਬਰ ਹੈ। ਇਹ ਕਿਉਂ ਇੰਨੀ ਪੋਲਿਊਸ਼ਨ ਨਾਈਟਰਸ ਆਕਸਾਈਡ ਕਰ ਰਿਹਾ ਹੈ? ਇਨਫਰਾਰੈਡ ਰੇਸ ਅਬਜ਼ੌਰਬ ਕਰਨ ਦੀ ਤਾਕਤ ਇਹਦੀ 300 ਗੁਣਾ ਆ। ਜਿਹੜਾ ਅੱਗੇ ਸਾਡੀ ਓਜ਼ੋਨ ਲੇਅਰ ਬਰਬਾਦ ਹੋ ਰਹੀ ਹੈ ਔਰ ਗਲੋਬਲ ਵਾਰਮਿੰਗ ਹੋ ਰਹੀ ਹੈ। ਇੱਕ ਹੋਰ ਮਹੱਤਵਪੂਰਨ ਗੱਲ ਨਾਈਟ੍ਰੋਜਨ ਖਾਦ ਬਾਰੇ ਹੈ, ਯੂਰੀਆ ਬਾਰੇ ਹੈ। ਇਹ ਸਾਰੀਆਂ ਗੱਲਾਂ ਆਪਾਂ ਅਧਿਆਪਕਾਂ ਦੇ ਰਾਹੀਂ ਬੱਚਿਆਂ ਤੱਕ ਪਹੁੰਚਾਉਣੀਆਂ ਔਰ ਬੱਚਿਆਂ ਤੋਂ ਮਾਪਿਆਂ ਤੱਕ ਪਹੁੰਚਾਉਣੀਆਂ ਨੇ। ਜੇ ਅਸੀਂ ਇਹ ਸੋਚੀਏ ਨਾ ਕਿ ਇਹ ਨਾਈਟ੍ਰੋਜਨ ਲਓ ਪਾਤੀ ਹੁਣ ਤੇ ਚਲੋ ਅੱਗੋਂ ਮਿਲ ਜਾਊਗੀ, ਅਗਲੀ ਫਸਲ ਨੂੰ ਮਿਲ ਜਾਊਗੀ ਜਾਂ ਫਸਲ ਦੀ ਅਗਲੀ ਸਟੇਜ ਨੂੰ ਮਿਲ ਜਾਊਗੀ, ਬਿਲਕੁਲ ਨਹੀਂ। ਇਹ ਮੋਬਾਈਲ ਹੈ, ਝੱਟ ਥੱਲੇ ਮੋਬਾਈਲ ਹੋ ਜਾਂਦੀ ਹੈ, ਸਟੇ ਨਹੀਂ ਕਰਦੀ। ਉਪਜਾਊ ਸ਼ਕਤੀ ਕਦੇ ਨਹੀਂ ਵਧਾਏਗੀ, ਪੋਲਿਊਸ਼ਨ ਦਾ ਕਾਰਨ ਹੀ ਬਣੇਗੀ। ਬੂਟੇ ਦੀ ਇੱਕ ਮੰਗ ਹੁੰਦੀ ਹੈ ਕਿ ਮੈਨੂੰ ਇੰਨੀ ਖੁਰਾਕ ਚਾਹੀਦੀ ਆ। ਧਰਤੀ ਮਾਂ ਉਹਨੂੰ ਕਿੰਨੀ ਖੁਰਾਕ ਦੇ ਰਹੀ ਹੈ ਤੇ ਜਿਹੜਾ ਗੈਪ ਆ ਉਹਨੂੰ ਅਸੀਂ ਦੇਣਾ ਹੈ। ਔਰ ਉਹ ਲੋੜ ਆ ਜਿਹੜੀ ਉਹਦੀ ਉਸ ਸਮੇਂ ਦੇ ਉੱਤੇ ਹੀ ਪੂਰੀ ਕਰਨ ਦੀ ਲੋੜ ਆ, ਅੱਗੇ ਪਿੱਛੇ ਜਮ੍ਹਾਂ ਨਹੀਂ ਕਰ ਸਕਦੇ। ਇਹ ਲੋੜ ਨੂੰ ਜਾਣੀਏ ਕਿਵੇਂ? ਪੱਤੇ ਦੇ ਰੰਗਾਂ ਨੂੰ ਪਹਿਚਾਣ ਕੇ। ਸਾਡੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਇਹ ਧਾਰਨਾ ਬਣੀ ਹੋਈ ਆ ਕਿ ਫਸਲ ਦਾ ਰੰਗ ਕਾਲਾ ਕਾਲਾ ਹੋਣਾ ਚਾਹੀਦਾ। ਮਤਲਬ ਝੋਟੇ ਦੇ ਸਿਰ ਵਰਗੀ ਹੈ ਮੇਰੀ ਤੇ ਕਣਕ, ਮੇਰਾ ਝੋਨਾ। ਵੱਧ ਤੋਂ ਵੱਧ ਨਾਈਟ੍ਰੋਜਨ ਪਾ ਕੇ। ਇੱਕ ਪੱਤਾ ਰੰਗ ਚਾਰਟ ਆ ਬਣਿਆ ਹੋਇਆ, ਪੱਤੇ ਨੂੰ ਉਸ ਚਾਰਟ ਦੇ ਸ਼ੇਡ ਦੇ ਨਾਲ ਮੈਚ ਕਰਨਾ। ਝੋਨੇ ਦੇ ਵਿੱਚ ਉਹ ਸ਼ੇਡ ਨੰਬਰ 4 ਆ, ਮੱਕੀ ਦੇ ਵਿੱਚ ਉਹ ਸ਼ੇਡ ਨੰਬਰ 5 ਹੈ ਤੇ ਕਣਕ ਦੇ ਵਿੱਚ ਵੀ ਸ਼ੇਡ ਨੰਬਰ 4 ਆ। 10 ਪੱਤੇ ਪੂਰੇ ਖੇਤ ਦੇ ਵਿੱਚੋਂ ਜਿਹੜੇ ਬਿਮਾਰੀ ਰਹਿਤ, ਕੀੜੇ ਰਹਿਤ ਪੌਦੇ ਹੋਣ, ਉਹਨਾਂ ਦਾ ਰੰਗ ਇਸ ਪੱਤਾ ਰੰਗ ਚਾਰਟ ਦੇ ਨਾਲ ਮਿਲਾਉਣਾ ਹੈ। ਆਪਣੀ ਛਾਂ ਦੇ ਥੱਲੇ ਪੱਤਾ ਛਾਂ ਦੇ ਵਿੱਚ ਹੋਣਾ ਚਾਹੀਦਾ। ਆਪਣੀ ਤੁਹਾਡੀ ਛਾਂ ਹੋ ਜਾਣੀ ਹੈ ਸੂਰਜ ਵੱਲ ਨੂੰ ਜਦੋਂ ਤੁਸੀਂ
ਪਿੱਠ ਕਰ ਲੈਣੀ ਹੈ ਤੇ ਉਹਦੇ ਮੁਤਾਬਕ ਖਾਦ ਪਾਉਣੀ ਹੈ। ਅਸੀਂ ਇਹ ਇੱਕ ਸੈਪਰੇਟ ਵਰਕਸ਼ਾਪ ਵੀ ਰੱਖ ਸਕਦੇ ਹਾਂ ਕਿ ਜਿਹੜੇ ਟੀਚਰ ਤੁਹਾਡੇ ਟੀਚਰਾਂ ਨੇ ਇਹ ਗੱਲ ਅੱਗੇ ਵਿਦਿਆਰਥੀਆਂ ਤੱਕ ਪਹੁੰਚਾਉਣੀ ਹੈ, ਮਾਪਿਆਂ ਤੱਕ ਪਹੁੰਚਾਉਣੀ ਹੈ, ਉਹਨਾਂ ਲਈ ਸੈਪਰੇਟ ਵਰਕਸ਼ਾਪ ਰੱਖ ਸਕਦੇ ਹਾਂ ਕਿ ਇੱਦਾਂ ਦੇ 5 ਪੱਤੇ ਜਦੋਂ ਉਹਨਾਂ ਦਾ ਰੰਗ ਉਸ ਸ਼ੇਡ ਦੇ ਨਾਲੋਂ ਹਲਕਾ ਹੋਵੇ ਤੇ ਖਾਦ ਪਾਉਣੀ ਆ, ਤੇ ਜੇ ਉਹਦੇ ਬਰਾਬਰ ਹੈ ਜਾਂ ਉਹ ਤੋਂ ਗੂੜਾ ਤਾਂ ਖਾਦ ਬਿਲਕੁਲ ਨਹੀਂ ਪਾਣੀ। ਬੂਟਾ ਸਾਨੂੰ ਦੱਸਦਾ ਹੈ ਕਿ ਮੈਨੂੰ ਖੁਰਾਕ ਦੀ ਲੋੜ ਹੈ, ਖਾਦ ਦੀ ਲੋੜ ਹੈ ਕਿ ਨਹੀਂ। ਇਹ ਚਾਰਟ ਵਰਤਣ ਦੀ ਵਿਧੀ ਆਪਣੀ ਸ਼ੇਡ ਦੇ ਵਿੱਚ ਇਹ ਪੱਤੇ ਦਾ ਰੰਗ ਪੱਤਾ ਰੰਗ ਚਾਰਟ ਨਾਲ ਮਿਲਾਇਆ ਜਾ ਰਿਹਾ ਹੈ। ਝੋਨੇ ਨੂੰ ਆਪਾਂ ਜੇ 25 ਪਾਣੀ ਲਾ ਦਈਏ ਨਾ, ਇੰਨਾ ਕੁ ਨਾਈਟ੍ਰੇਟ ਹੈ ਐਵਰੇਜ ਸਾਡੇ ਧਰਤੀ ਥੱਲੇ ਪਾਣੀ ਦੇ ਵਿੱਚ ਕਿ 50 ਕਿਲੋ ਜਿਹੜਾ ਯੂਰੀਆ ਆ ਇਹ ਪਾਣੀ ਦੇ ਵਿੱਚੋਂ ਹੀ ਮਿਲ ਜਾਂਦਾ, ਕਿਉਂਕਿ ਆਲਰੇਡੀ ਅਸੀਂ ਬਹੁਤ ਯੂਰੀਆ ਥੱਲੇ ਭੇਜ ਦਿੱਤਾ। ਸੋ ਇਹ ਸੰਦੇਸ਼ ਅਸੀਂ ਅੱਗੇ ਪਹੁੰਚਾਉਣਾ ਆ ਕਿ ਇਹਨੂੰ ਇਸ ਪੱਧਰ ਦੇ ਉੱਤੇ ਵਰਤਣ ਦੀ ਲੋੜ ਨਹੀਂ। ਇਸ ਸਲਾਈਡ ਦੇ ਵਿੱਚ 3 ਪੈਰਾਮੀਟਰਸ ਨੇ। ਖੱਬੇ ਹੱਥ ਵਾਲੀ ਸਾਈਡ ਹੈ ਜਿਹੜੀ ਉਹ ਸ਼ੋ ਕਰਦੀ ਹੈ ਕਿ ਯੂਰੀਆ ਕਿੰਨੇ ਕਿਲੋ ਪ੍ਰਤੀ ਏਕੜ। ਜਿਹੜੀ ਥੱਲੇ ਵਾਲੀ ਹੈ ਉਹਦੇ 'ਚ 2 ਵਿਧੀਆਂ ਨੇ ਕਿ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ, ਪੱਤਾ ਰੰਗ ਚਾਰਟ ਵਿਧੀ ਦੇ ਮੁਤਾਬਕ ਯੂਰੀਆ ਪਾਉਣਾ ਹੈ, ਤੇ ਦੂਜਾ ਜਿਹੜਾ ਕਿਸਾਨ ਦੀ ਆਪਣੀ ਵਿਧੀ ਹੈ ਜੋ ਆਪਣਾ ਤਰੀਕਾ ਉਹ ਅਪਣਾਉਂਦਾ ਹੈ। ਔਰ ਇੱਧਰ ਵਾਲਾ ਰਾਈਟ ਹੈਂਡ ਸਾਈਡ ਵਾਲੀ ਸਾਈਡ ਹੈ ਜਿਹੜੀ ਉਹਦੇ 'ਚ ਕਣਕ ਦਾ ਝਾੜ ਦੱਸਿਆ ਗਿਆ ਕਿ ਉਸ ਤੋਂ ਬਾਅਦ ਜੇ ਪੱਤਾ ਰੰਗ ਚਾਰਟ ਨਾਲ ਅਸੀਂ ਖਾਦ ਪਾਈ ਹੈ ਤਾਂ ਕੀ ਝਾੜ ਹੈ, ਜੇ ਕਿਸਾਨ ਦੀ ਵਿਧੀ ਨਾਲ ਖਾਦ ਪਾਈ ਹੈ ਤਾਂ ਕੀ ਝਾੜ ਹੈ। ਹੁਣ ਦੇਖੋ, ਪੱਤਾ ਰੰਗ ਚਾਰਟ ਦੀ ਵਿਧੀ ਨਾਲ ਜਦੋਂ ਖਾਦ ਪਾਈ ਤੇ 92 ਕਿਲੋ ਖਾਦ ਸਾਡੀ ਪਈ, ਤੇ ਜ਼ਿਮੀਦਾਰ 163 ਕਿਲੋ ਪਾ ਰਿਹਾ ਸੀ। ਇਹ ਸਾਡਾ 220 ਏਕੜ ਦਾ ਡੇਟਾ ਆ, ਪਿੰਡ ਲਲ ਤੋਂ ਖੁਰਦ ਜਿਹੜਾ ਲੁਧਿਆਣੇ ਦੇ ਨਾਲ ਹੀ ਪਿੰਡ ਆ। 63 ਤੇ 8 71 ਕਿਲੋ ਨਾਈਟ੍ਰੋਜਨ ਦੀ ਖਾਦ ਬਚ ਗਈ ਇਸ ਪੱਤਾ ਰੰਗ ਦੀ ਚਾਰਟ ਦੀ ਵਿਧੀ ਦੇ ਨਾਲ। ਔਰ ਝਾੜ ਪੱਤਾ ਰੰਗ ਚਾਰਟ ਨਾਲ 24 ਕੁਇੰਟਲ ਤੇ ਕਿਸਾਨ ਦੀ ਵਿਧੀ ਨਾਲ 21 ਕੁਇੰਟਲ। ਹੁਣ ਤੁਸੀਂ ਕਹੋਗੇ ਕਿ ਖਾਦ ਵੀ ਵੱਧ ਪਾਈ, ਝਾੜ ਵੀ ਘਟ ਗਿਆ, ਇਹ ਕਿੱਦਾਂ ਹੋ ਗਿਆ? ਇਹ ਉੱਦਾਂ ਹੀ ਹੋਇਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਕੀੜੇ ਬਿਮਾਰੀਆਂ ਨੂੰ ਅਸੀਂ ਸੱਦਾ ਦੇ ਲਿਆ, ਉਹ ਆ ਕੇ ਆਪਣਾ ਭੋਜਨ ਖਾ ਰਹੇ ਹੈ, ਨਾਸ਼ਤਾ ਕਰ ਰਹੇ ਹੈ, ਤੇ ਫਸਲ ਡਿੱਗ ਰਹੀ ਹੈ, ਤੇ ਇਹ ਹਾਲਤ ਹੋ ਗਈ। ਆਪਾਂ ਗੰਢੇ ਵੀ ਖਰੀਦ ਲਏ, ਜ਼ਿਆਦਾ ਪੈਸੇ ਵੀ ਦਿੱਤੇ ਗੰਢੇ ਖਰੀਦਣ ਦੇ, ਨਾਲ ਛਿੱਤਰ ਵੀ ਖਾ ਲਏ। ਦੇਸੀ ਗੱਲ ਜਿਹੜੀ ਆਪਾਂ ਅਕਸਰ ਕਰਦੇ ਹਾਂ। ਇੱਦਾਂ ਦਾ ਇੱਕ ਤਜਰਬਾ ਝੋਨੇ ਦੇ ਉੱਤੇ 461 ਤਜਰਬਿਆਂ ਦਾ ਡੇਟਾ। ਇਹ ਪੱਤਾ ਰੰਗ ਦੀ ਚਾਰਟ ਦੀ ਵਿਧੀ ਦੇ ਨਾਲ 82 ਕਿਲੋ ਯੂਰੀਆ ਪਿਆ, ਕਿਸਾਨ ਨੇ ਆਪਣੀ ਵਿਧੀ ਦੇ ਮੁਤਾਬਕ 126 ਕਿਲੋ ਪਾਇਆ, ਤੇ ਝਾੜ ਦੋਨਾਂ ਦਾ ਬਰਾਬਰ ਨਿਕਲਿਆ। ਜੋ ਆਇਆ ਕਿਸਾਨ ਦੇ ਖੇਤ ਦੇ ਉੱਤੇ, ਜੋ ਮਾਪਿਆ, ਜੋ ਦੱਸਿਆ, ਜੋ ਮਿਣਿਆ, ਬਰਾਬਰ। ਉੱਥੇ ਘਟ ਗਿਆ ਸੀ, ਇੱਥੇ ਬਰਾਬਰ ਆ ਗਿਆ। ਪਰ ਸਾਡਾ ਯੂਰੀਆ ਤਾਂ ਇੰਨਾ ਬਚ ਗਿਆ ਨਾ। ਕਿੰਨਾ ਲਾਭ ਹੋ ਸਕਦਾ ਜੇ ਅਸੀਂ ਇਹ ਕੀ ਹੈ? ਮੇਰਾ ਖਿਆਲ 100-125 ਰੁਪਏ ਦਾ ਚਾਰਟ ਹੈ। ਇਹ ਜੇਬ 'ਚ ਪਾ ਸਕਦਾ ਕਿਸਾਨ, ਆਸਾਨੀ ਨਾਲ ਜੇਬ 'ਚ ਪਾ ਕੇ, ਛੋਟਾ ਜਿਹਾ ਇੰਨਾ। ਤੇ ਜੇ ਅਸੀਂ ਪੰਜਾਬ ਦੇ ਵਿੱਚ ਦੇਖ ਲਈਏ 25 ਕਿਲੋ ਨਾਈਟ੍ਰੋਜਨ ਦੀ ਸੇਵਿੰਗ ਹਿਸਾਬ ਨਾਲ ਅਸੀਂ ਜਸਟ ਕੰਜ਼ਰਵੇਟਿਵ ਐਸਟੀਮੇਟ ਲਾਇਆ, ਕਣਕ, ਮੱਕੀ ਤੇ ਝੋਨੇ 3 ਫਸਲਾਂ ਦੇ ਵਿੱਚ ਇਹਨੂੰ ਵਰਤ ਲਈਏ
200 ਕਰੋੜ ਕਿਸਾਨਾਂ ਦਾ ਸਿੱਧਾ ਹੀ ਬਚੇਗਾ। ਤੇ ਜਿਹੜੀ ਸਰਕਾਰ ਸਬਸਿਡੀ ਦਿੰਦੀ ਹੈ ਯੂਰੀਆ ਦੇ ਉੱਤੇ, ਉਹ ਸਾਰੀ ਦੀ ਸਾਰੀ ਬਚ ਜੂਗੀ, ਜੋ ਮੇਰੇ ਅੰਦਾਜ਼ੇ ਮੁਤਾਬਕ 300 ਕਰੋੜ ਇਹਦੇ ਉੱਤੇ ਸਰਕਾਰ ਸਬਸਿਡੀ ਦੇ ਰਹੀ ਹੈ। ਸੋ 500 ਕਰੋੜ ਤਾਂ ਸਿੱਧਾ ਹੀ ਇਹ ਹੋ ਗਿਆ। ਤੇ ਖੇਤੀ ਜ਼ਹਿਰਾਂ ਤੋਂ ਜਿਹੜਾ ਛੁਟਕਾਰਾ, ਜਿਹੜਾ ਮੈਂ ਪਹਿਲਾਂ ਦੱਸਿਆ ਕਿ ਕੀੜੇ ਬਿਮਾਰੀਆਂ ਵਧਾ ਲੈਂਦੇ ਹਾਂ, ਫਿਰ ਉਹਦੇ ਲਈ ਸਪਰੇਅ ਕਰਦੇ ਹਾਂ, ਉਹਨਾਂ ਤੋਂ ਵੀ ਛੁਟਕਾਰਾ ਹੋ ਗਿਆ। ਤੇ ਜਿਹੜਾ ਵਾਤਾਵਰਨ ਬਚਾ ਲਿਆ, ਉਹਦਾ ਤਾਂ ਮੁੱਲ ਹੀ ਕੋਈ ਨਹੀਂ, ਉਹ ਪੈਸਿਆਂ ਦੇ ਨਾਲ ਨਾਪਿਆ ਤੋਲਿਆ ਨਹੀਂ ਜਾ ਸਕਦਾ। ਭੂਮੀ ਦੀ ਸਿਹਤ ਸੰਭਾਲ, ਕਣਕ ਝੋਨਾ ਫਸਲੀ ਚੱਕਰ ਹੈ ਜਿਹੜਾ ਜੋ ਪੰਜਾਬ ਫਾਲੋ ਕਰ ਰਿਹਾ, ਬੜਾ ਐਗਜ਼ਾਸਟਿਵ ਫਸਲੀ ਚੱਕਰ ਆ। ਤਕਰੀਬਨ 300 ਕਿਲੋ ਜਿਹੜੀ ਯੂਰੀਆ ਪਰ ਨਾਈਟ੍ਰੋਜਨ ਪਰ ਹੈਕਟੇਅਰ ਇਹ ਖਾ ਜਾਂਦਾ। ਤੇ ਜਿਹੜੇ ਦੂਸਰੇ ਤੱਤ ਨੇ, ਛੋਟੇ ਤੱਤ, ਉਹਨਾਂ ਦਾ ਤਾਂ ਹਿਸਾਬ ਕਿਤਾਬ ਹੀ ਕੋਈ ਨਹੀਂ। ਸੋ ਸਾਡੀ ਧਰਤੀ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਆਪਾਂ ਦੇਖ ਰਹੇ ਹਾਂ ਕਿੱਦਾਂ ਡੈਫੀਸ਼ੀਐਂਸੀ, ਮਾਈਕਰੋ ਨਿਊਟ੍ਰੀਐਂਟਸ ਦੀ ਡੈਫੀਸ਼ੀਐਂਸੀਜ਼ ਆ ਰਹੀਆਂ। ਜੇ ਆਪਾਂ ਪਿੱਛੇ ਬੈਕਗਰਾਊਂਡ ਨੂੰ ਝਾਤੀ ਮਾਰਦੇ ਹਾਂ, ਪਿਛੋਕੜ ਨੂੰ, ਤਾਂ 1960 ਦੇ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਡੈਫੀਸ਼ੀਐਂਸੀ ਹੁੰਦੀ ਸੀ ਸੋਇਲ ਦੇ ਵਿੱਚ। 70 ਵਾਲੇ ਦਹਾਕੇ ਦੇ ਵਿੱਚ ਆ ਕੇ ਜ਼ਿੰਕ ਦੀ ਡੈਫੀਸ਼ੀਐਂਸੀ ਸ਼ੁਰੂ ਹੋ ਗਈ, ਜਿਹੜੀ ਪਹਿਲਾਂ ਯਾਦ ਚੇਤੇ ਵੀ ਨਹੀਂ ਸੀ। 1980 ਦੇ ਵਿੱਚ ਆ ਕੇ ਪੋਟਾਸ਼ੀਅਮ, ਸਲਫਰ ਤੇ ਮੈਗਨੀਜ਼ ਦੀ ਡੈਫੀਸ਼ੀਐਂਸੀ ਸ਼ੁਰੂ ਹੋ ਗਈ। 90 ਦੇ ਵਿੱਚ ਆ ਕੇ ਆਇਰਨ, ਲੋਹੇ ਦੀ ਘਾਟ, ਇਹ ਸ਼ੁਰੂ ਹੋ ਗਈ। ਤੇ 2000 ਦੇ ਵਿੱਚ ਆ ਕੇ ਮੋਲੀਬਡਨਮ ਤੇ ਕਾਪਰ ਦੀ ਡੈਫੀਸ਼ੀਐਂਸੀ ਸ਼ੁਰੂ ਹੋ ਗਈ। ਤੇ ਰੱਬ ਜਾਣੇ ਕਿਵੇਂ ਲਿਸਟ ਲੰਬੀ ਹੁੰਦੀ ਜਾਊਗੀ, ਕਿੱਦਾਂ ਅਸੀਂ ਇੰਨਾ ਕੁਛ ਪਾਉਂਦੇ ਰਵਾਂਗੇ। ਕਿਸਾਨਾਂ ਦਾ ਤਾਂ ਪਹਿਲਾਂ ਹੀ ਕਚੂੰਬਰ ਨਿਕਲ ਚੁੱਕਿਆ। ਸੋ ਇਹਦੇ ਲਈ ਬੜਾ ਮਹੱਤਵਪੂਰਨ ਹੈ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਦੀ ਲੋੜ ਆ। NPK 4:2:1 ਦੀ ਰੇਸ਼ੋ ਦੇ ਵਿੱਚ ਅਕਸਰ ਪਲਾਂਟ ਖਾਂਦੇ ਹੈ, ਯੂਨੀਵਰਸਿਟੀਜ਼ ਦੀਆਂ ਰਿਕਮੈਂਡੇਸ਼ਨਸ ਨੇ। ਪਰ ਜੋ ਆਪਾਂ ਦੇਖਦੇ ਹਾਂ ਫਰਟੀਲਾਈਜ਼ਰਸ ਦੀ ਕੰਜ਼ੰਪਸ਼ਨ ਪੰਜਾਬ ਦੇ ਵਿੱਚ ਹੋ ਰਹੀ ਹੈ, ਇਹ ਰੇਸ਼ੋ ਤਾਂ ਬਿਲਕੁਲ ਹੀ ਗੜਬੜਾ ਗਈ ਹੈ। ਇਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਰਿਹਾ, ਕੋਈ ਦੀਨ ਧਰਮ ਹੀ ਨਹੀਂ ਰਿਹਾ। ਅਸੀਂ ਪਿਛਲੇ ਸਾਲ ਦੀ ਜੇ ਕਣਕ ਦੀ ਫਸਲ ਦੇਖੀਏ ਨਾ, ਤੇ ਯੂਰੀਏ ਦੀ ਕਮੀ ਗਵਰਨਮੈਂਟ ਅਰੇਂਜ ਨਹੀਂ ਸੀ ਕਰ ਸਕੀ। ਸੈਂਟਰ ਗਵਰਨਮੈਂਟ ਤੋਂ ਵੀ ਥੋੜ੍ਹਾ ਜਿਹਾ ਕੁਝ ਰਿਸਟ੍ਰਿਕਸ਼ਨ ਸੀਗੀਆਂ। ਬੜਾ ਰੌਲਾ ਗੌਲਾ ਪਿਆ ਕਿਸਾਨਾਂ ਦਾ, ਮਰ ਗਏ, ਲੁੱਟੇ ਗਏ, ਯੂਰੀਆ ਨਹੀਂ ਮਿਲ ਰਿਹਾ, ਕੀ ਬਣੇਗਾ ਫਸਲ ਦਾ, ਕੀ ਹੋਏਗਾ ਸਾਡਾ ਭਵਿੱਖ। ਮੈਂ ਰੋਜ਼ ਹਰੇਕ ਹਫ਼ਤੇ 300 ਕਿਲੋਮੀਟਰ ਸਫ਼ਰ ਕਰਦਾ ਸੀ, ਲੁਧਿਆਣੇ ਤੋਂ ਤਲਵੰਡੀ ਸਾਬੋ ਜਾਂਦਾ ਸੀ, ਤੇ ਕਣਕ ਦੀ ਫਸਲ ਨੂੰ ਗੌਰ ਨਾਲ ਦੇਖਦਾ ਸੀ। ਚਾਰੇ ਬੰਨੇ ਵੰਡਰਫੁਲ ਕ੍ਰੌਪ ਆਫ ਵੀਟ, ਇੰਨੀ ਸੋਹਣੀ ਕਣਕ ਦੀ ਫਸਲ ਮੈਨੂੰ ਪਿਛਲੇ ਸਾਲਾਂ ਦੇ ਵਿੱਚ ਕਿਤੇ ਨਜ਼ਰ ਨਹੀਂ ਸੀ ਆਈ। ਬਹੁਤ ਝਾੜ ਹੋਣਾ ਸੀ, ਪਰ ਅਖੀਰ ਦੇ ਵਿੱਚ ਜਿਉਂ ਬਾਰਿਸ਼ਾਂ ਲੱਗੀਆਂ, ਬਾਰਿਸ਼ਾਂ ਦੇ ਕਾਰਨ ਕਰਕੇ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਦਰਵਾਈਜ਼ ਯੂਰੀਏ ਦੀ ਸਾਡੇ ਕੋਲੇ ਡੈਫੀਸ਼ੀਐਂਸੀ ਸੀ, ਯੂਰੀਆ ਸਾਨੂੰ ਘੱਟ ਮਿਲਿਆ ਸੀ, ਅਸੀਂ ਘੱਟ ਪਾਇਆ ਸੀ, ਪਰ ਸਾਡੀ ਕ੍ਰੌਪ ਵੰਡਰਫੁਲ ਸੀ। ਨਤੀਜੇ ਸਾਹਮਣੇ ਆ ਜਾਣੇ ਸੀ ਜੇ ਆ ਬਾਰਿਸ਼ ਵਾਲਾ ਖੇਲ ਨਾ ਹੁੰਦਾ ਤਾਂ। ਰੂੜੀ ਪਰਾਲੀ ਤੋਂ ਕੰਪੋਸਟ, ਜਿਹਨੂੰ ਅੱਗ ਲਾਉਂਦੇ ਹਾਂ ਅਸੀਂ, ਕੰਪੋਸਟ ਵੀ ਇਹਦੀ ਬਣ ਸਕਦੀ ਹੈ। ਬੜਾ ਵਧੀਆ ਤਰੀਕਾ ਯੂਰੀਆ ਪਾ ਕੇ, ਯੂਨੀਵਰਸਿਟੀ ਨੇ ਟੈਕਨੋਲੋਜੀ ਦਿੱਤੀ ਹੈ। ਪਸ਼ੂਆਂ ਦਾ ਪਿਸ਼ਾਬ, ਫਸਲਾਂ ਦੀ ਰਹਿੰਦ ਖੂੰਦ, ਜੈਵਿਕ ਮਾਦਾ, ਦਾਲਾਂ, ਹਰੀ ਖਾਦ, ਬਾਇਓ ਫਰਟੀਲਾਈਜ਼ਰਸ, ਇਹ ਖੇਤਾਂ ਦੇ ਵਿੱਚ ਪਾਈਏ ਤਾਂ ਕਿ ਸਾਨੂੰ ਨਿਰਾ ਤੇ ਨਿਰਾ ਕੈਮੀਕਲ ਫਰਟੀਲਾਈਜ਼ਰਸ 'ਤੇ ਹੀ ਨਿਰਭਰ ਕਰਨਾ ਨਾ ਪਵੇ। ਸਾਈਟ ਸਪੈਸੀਫਿਕ ਨਿਊਟ੍ਰੀਐਂਟ ਮੈਨੇਜਮੈਂਟ,
ਜਿੰਨੀ ਲੋੜ ਆ ਓਨੀ ਪੌਦੇ ਨੂੰ ਦਈਏ। ਹੈਪੀ ਸੀਡਰ ਮਸ਼ੀਨ ਆ ਜਿਹਦੇ ਨਾਲ ਝੋਨੇ ਦੀ ਪਰਾਲੀ ਖੜੀ ਦੇ ਵਿੱਚ ਹੀ ਕਣਕ ਦੀ ਬਿਜਾਈ ਹੋ ਜਾਂਦੀ ਹੈ। ਕਣਕ ਵਧੀਆ ਝਾੜ ਕਣਕ ਦਾ ਹੁੰਦਾ, ਕੁਝ ਸਾਲਾਂ ਬਾਅਦ ਤਾਂ ਝਾੜ ਵਧਣਾ ਸ਼ੁਰੂ ਹੋ ਜਾਂਦਾ। ਜਿਹੜੀ ਰਹਿੰਦ ਖੂੰਹਦ ਹੈ ਝੋਨੇ ਦੀ ਹੌਲੀ ਹੌਲੀ ਗਲਦੀ ਰਹਿੰਦੀ ਹੈ ਔਰ ਉਹਦੀ ਐਰੋਬਿਕ ਡੀਗ੍ਰੇਡੇਸ਼ਨ ਹੁੰਦੀ ਹੈ। ਦੈਟਸ ਵੈਰੀ ਵੈਰੀ ਇੰਪੋਰਟੈਂਟ। ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਕੀਤਾ। ਜਦੋਂ ਐਨ ਐਰੋਬਿਕ ਕੰਡੀਸ਼ਨਸ ਦੇ ਵਿੱਚ ਡੀਗ੍ਰੇਡੇਸ਼ਨ ਹੁੰਦੀ ਹੈ ਬੜੀ ਹਾਨੀਕਾਰਕ ਹੈ। ਗ੍ਰੀਨ ਹਾਊਸ ਗੈਸਿਸ ਮੀਥੇਨ ਪੈਦਾ ਹੁੰਦੀ ਹੈ। ਪਰ ਜਦੋਂ ਐਰੋਬਿਕ ਕੰਡੀਸ਼ਨਸ ਦੇ ਵਿੱਚ ਉਹਦੀ ਡੀਗ੍ਰੇਡੇਸ਼ਨ ਹੋਊ ਉਹ ਗਲ ਸੜ ਕੇ ਸਾਡੀ ਧਰਤੀ ਦੇ ਵਿੱਚ ਆਊਗੀ, ਪੋਲਿਊਸ਼ਨ ਵੀ ਨਹੀਂ ਹੋਣਾ ਔਰ ਸਾਡੀ ਫਸਲ, ਸਾਡੀ ਧਰਤੀ ਦੀ ਉਪਜਾਊ ਸ਼ਕਤੀ ਵੀ ਵਧੇਗੀ। ਇੰਟੈਗਰੇਟਿਡ ਨਿਊਟ੍ਰੀਐਂਟ ਮੈਨੇਜਮੈਂਟ rather than depending upon chemical fertilizers, ਸਾਰੇ ਤਰੀਕੇ, ਸਾਰੇ ਵਿਧੀ ਵਿਧਾਨ ਜੋ ਮੈਂ ਪਹਿਲਾਂ ਦੱਸੇ ਨੇ ਸਾਰੇ ਅਪਣਾਏ ਜਾਣ ਤਾਂ ਕਿ ਸਾਨੂੰ ਜ਼ਿਆਦਾ ਜ਼ਰੂਰਤ ਨਾ ਪਵੇ। ਜਿਹੜੀ ਮਾਈਕਰੋ ਨਿਊਟ੍ਰੀਐਂਟਸ ਦੀ ਡੈਫੀਸ਼ੀਐਂਸੀ ਮੈਂ ਗੱਲ ਕੀਤੀ ਹੈ ਉਹ ਨਹੀਂ ਆਵੇਗੀ। ਪਾਣੀ ਬੜਾ ਮਹੱਤਵਪੂਰਨ ਹੈ। ਇਹਦੀ ਕੁਆਂਟੀਟੀ ਵੀ ਘਟ ਰਹੀ ਹੈ ਔਰ ਕੁਆਲਿਟੀ ਵੀ ਬਰਬਾਦ ਹੋ ਰਹੀ ਹੈ। ਦੋਨੋਂ ਫਰੰਟਸ ਦੇ ਉੱਤੇ ਅਸੀਂ ਬਰਬਾਦ ਹੋ ਰਹੇ ਹਾਂ। ਅਸੀਂ ਕਈ ਵਾਰੀ ਟਾਰਾਂ ਮਾਰਦੇ ਹਾਂ ਕਿ ਅਸੀਂ ਬੜੀ ਡਿਵੈਲਪਡ ਸਟੇਟ ਹਾਂ। ਡਿਵੈਲਪਡ ਸਟੇਟ, ਡਿਵੈਲਪਡ ਕੰਟਰੀਜ਼ ਉਹ ਨਹੀਂ ਹੁੰਦੇ ਜਿਹੜੇ ਆਪਣੇ ਨੈਚੁਰਲ ਰਿਸੋਰਸਿਸ ਖਤਮ ਕਰ ਦਿੰਦੇ ਨੇ, ਨੈਚੁਰਲ ਰਿਸੋਰਸਿਸ ਦਾ ਭੋਗ ਪਾ ਦਿੰਦੇ ਨੇ। ਉਹ ਡਿਵੈਲਪਡ ਨਹੀਂ ਹੁੰਦੇ। ਡਿਵੈਲਪਡ ਉਹ ਹੁੰਦੇ ਨੇ ਜਿਹੜੇ ਆਪਣੇ ਨੈਚੁਰਲ ਰਿਸੋਰਸਿਸ ਬਰਕਰਾਰ ਰੱਖਦੇ ਨੇ। ਉਹਨਾਂ ਨੂੰ ਡਿਵੈਲਪਡ ਕਹਿੰਦੇ ਆ। ਜੇ ਸਾਰਾ ਖਤਮ ਹੀ ਕਰ ਲਿਆ ਤੇ ਕਾਹਦੀ ਡਿਵੈਲਪਮੈਂਟ? ਪਾਣੀ ਤੇ ਪੀਣ ਨੂੰ ਨਹੀਂ ਮਿਲਣਾ। ਮੈਨੂੰ ਰਤਨ ਟਾਟਾ ਟਰਸਟ ਦੇ ਵਿੱਚ ਪੂਰੇ ਕੰਟਰੀ ਦੇ ਵਿੱਚ ਘੁੰਮਣ ਦਾ ਮੌਕਾ ਮਿਲਦਾ ਹੈ। ਮੈਂ ਇੱਧਰ ਵਾਈਸ ਚਾਂਸਲਰ ਜੁਆਇਨ ਕਰਨ ਤੋਂ ਬਾਅਦ, PAU ਤੋਂ ਰਿਟਾਇਰ ਹੋਣ ਤੋਂ ਬਾਅਦ ਐਗਰੀਕਲਚਰ ਐਡਵਾਈਜ਼ਰ ਲੱਗ ਗਿਆ ਸੀਗਾ ਸਰ ਰਤਨ ਟਾਟਾ ਟਰਸਟ ਨਾਲ। ਉਹਨਾਂ ਦੇ ਐਗਰੀਕਲਚਰ ਪ੍ਰੋਜੈਕਟਸ ਪੂਰੇ ਕੰਟਰੀ ਦੇ ਵਿੱਚ ਚੱਲਦੇ ਆ। ਮੈਨੂੰ ਪੂਰੇ ਕੰਟਰੀ ਦੀ ਖੇਤੀ ਵੇਖਣ ਦਾ ਮੌਕਾ ਬਰੀਕੀ ਦੇ ਨਾਲ ਮਿਲਿਆ। ਮੈਂ ਈਵਨ ਟਰਾਈਬਲ ਫਾਰਮਰਸ ਦੇ ਨਾਲ, ਉਹਨਾਂ ਦੇ ਨਾਲ ਬੈਠ ਕੇ ਖਾਣਾ ਖਾਧਾ ਔਰ ਬਰੀਕੀ ਨਾਲ ਉਹਨਾਂ ਦੀ ਖੇਤੀ ਦੇਖੀ ਹੈ। ਮਹਾਰਾਸ਼ਟਰ ਦੇ ਵਿੱਚ ਮੈਂ ਇੱਕ ਥਾਂ 'ਤੇ ਗਿਆ। ਧਰਤੀ ਥੱਲੇ ਵਾਲਾ ਪਾਣੀ ਹੈ ਜਿਹੜਾ ਉਹ ਬ੍ਰੈਕਿਸ਼ ਹੈ, ਬਿਲਕੁਲ ਜਿੱਦਾਂ ਸਮੁੰਦਰ ਦਾ ਪਾਣੀ ਹੁੰਦਾ ਔਰ ਇੰਨਾ ਡੂੰਘਾ ਹੈ ਕਿ ਜੇ ਕੱਢਣਾ ਚਾਹੀਏ ਕੱਢ ਵੀ ਨਹੀਂ ਸਕਦੇ। ਇੰਨਾ ਮਹਿੰਗਾ ਪਏਗਾ, ਇੰਨੀ ਜ਼ਿਆਦਾ ਟੈਕਨੋਲੋਜੀ ਚਾਹੀਦੀ ਹੈ। ਅਤੇ ਪਾਣੀ ਦਾ ਉਹਨਾਂ ਦਾ ਇੰਤਜ਼ਾਮ ਕੀ ਹੈ? ਉਹਨਾਂ ਪਿੰਡਾਂ ਦਾ 7 ਕਿਲੋਮੀਟਰ ਉਹ ਜਾਂਦੇ ਸੀ ਆਪਣੇ ਗੱਡੇ ਜੋੜ ਕੇ, ਡਰਮ ਜੋੜ ਕੇ ਅਤੇ ਪਾਣੀ ਲੈ ਕੇ ਆਉਂਦੇ ਸੀ ਔਰ ਮਹੀਨੇ ਦੇ ਵਿੱਚ 2 ਵਾਰੀ ਪਾਣੀ ਮਿਲਦਾ ਸੀ ਉਹਨਾਂ ਨੂੰ। ਡੇਟ ਫਿਕਸ ਹੁੰਦੀ ਸੀ, ਆਹ ਤਰੀਕ 'ਤੇ ਤੁਸੀਂ ਪਾਣੀ ਲੈ ਕੇ ਜਾਣਾ ਹੈ ਔਰ 15 ਦਿਨ ਤੁਸੀਂ ਇੱਕ ਵਾਰੀ ਲਿਆ ਕੇ ਉਹ ਪਾਣੀ ਨਾਲ ਆਪਣਾ ਗੁਜ਼ਾਰਾ ਕਰਨਾ ਹੈ। ਅਤੇ ਅਸੀਂ ਤਾਂ ਪਾਣੀ ਬਰਬਾਦ ਕਰ ਰਹੇ ਹਾਂ ਬਈ। ਉੱਥੇ ਜਾ ਕੇ ਦੇਖੀਏ, ਪਤਾ ਲੱਗਦਾ ਪਾਣੀ ਦਾ ਮੁੱਲ ਕੀ ਹੈ, ਕੀ ਕੀਮਤ ਹੈ ਪਾਣੀ ਦੀ, ਕਿੰਨਾ ਪਵਿੱਤਰ ਸੋਮਾ ਹੈ ਇਹ। ਅਸੀਂ ਤਾਂ ਇਹਨੂੰ ਬਰਬਾਦ ਕਰ ਰਹੇ ਹਾਂ। ਝੋਨੇ ਥੱਲੋਂ ਰਕਬਾ ਘਟਾਉਣ ਦੀ ਲੋੜ ਆ। ਬਹੁਤ ਪਾਣੀ ਖਾਂਦਾ। 4000 ਐਵਰੇਜ, ਕੋਈ 5000 ਕਹਿੰਦਾ, ਕੋਈ 3500 ਕਹਿੰਦਾ। 4000 ਲੀਟਰ 1 ਕਿਲੋ ਪੈਦਾ ਕਰਨ ਲਈ ਪਾਣੀ ਲੱਗ ਜਾਂਦਾ। ਤਾਂ ਅਸੀਂ ਲੱਗੇ ਹੋਏ ਹਾਂ ਫਟਾਫਟ। ਸਬਮਰਸੀਬਲ ਆ ਗਈਆਂ, ਸੈਂਟਰੀਫੂਗਲ ਤੋਂ ਸਬਮਰਸੀਬਲ ਆ ਗਈਆਂ। ਹੁਣ ਸਬਮਰਸੀਬਲ ਵੀ ਥੱਲੇ 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 ਚੇਜ਼ ਕਰੀ ਜਾ ਰਹੇ ਹਾਂ। ਚੇਜ਼ ਕਰੀ ਜਾ, ਕਿੱਥੋਂ ਕੁ ਤੱਕ ਚੇਜ਼ ਕਰਾਂਗੇ ਬਈ? ਕਿੰਨੀ ਬਿਜਲੀ ਚਾਹੀਦੀ ਉਹਨੂੰ ਕੱਢਣ ਦੇ ਲਈ। ਜਦੋਂ ਡੂੰਘਾ ਹੋ ਜਾਂਦਾ ਨਾ, ਵੇਖੋ ਫਿਰ ਕੀ ਕੰਜ਼ੰਪਸ਼ਨ ਹੈ। ਅਜੇ ਤਾਂ ਮੁਫਤ ਮਿਲ ਰਹੀ ਹੈ ਨਾ ਬਿਜਲੀ, ਅਤੇ ਜੇ ਇਹਦਾ ਬਿੱਲ ਭਰਨਾ ਪੈ ਜਾਵੇ ਤਾਂ ਕੀ ਭਾਅ ਪਏਗੀ? ਇਹ ਦੇਖ ਲਓ ਕੀ ਭਾਅ, ਬੋਤਲ ਇੱਕ ਪਾਣੀ ਦੀ ਕੀ ਭਾਅ ਵਿਕਦੀ ਹੈ। ਅਤੇ ਆਪਾਂ ਕਿੰਨਾ ਅੰਮ੍ਰਿਤ ਵਰਗਾ ਪਾਣੀ ਹੈ ਜਿਹੜਾ 1 ਕਿਲੋ ਅਤੇ 4000 ਲੀਟਰ ਬਰਬਾਦ ਕਰ ਰਹੇ ਹਾਂ।
ਜੇ ਝੋਨਾ ਹੀ ਲਾਉਣਾ ਤਾਂ ਛੇਤੀ ਪੱਕਣ ਵਾਲੀਆਂ ਕਿਸਮਾਂ ਲਾ ਲਈਏ। ਇਹ ਹੋਕਾ ਦਈਏ ਭਾਈ, ਛੇਤੀ ਪੱਕਣ ਵਾਲੀਆਂ ਕਿਸਮਾਂ ਲਾ ਲਓ, ਉਹਨੂੰ ਮੌਨਸੂਨ ਦੇ ਨਾਲ ਮੈਚ ਕਰ ਦਿਓ ਤਾਂ ਕਿ ਸਾਡੀ ਬਾਰਿਸ਼ ਦੇ ਨਾਲ ਹੀ ਉਹਦਾ ਕੰਮ ਚੱਲ ਜਾਵੇ। DSR ਵਿਧੀ ਅਪਣਾ ਲਓ, ਡਾਇਰੈਕਟ ਸੀਡਡ ਰਾਈਸ, ਠੀਕ ਹੈ। ਹਲਕੀਆਂ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਇਹ ਸਿਸਟਮ ਨਹੀਂ ਚੱਲੇਗਾ। ਅਸੀਂ ਤਾਂ ਕਹਿੰਦੇ ਵੀ ਨਹੀਂ ਕਿ ਝੋਨਾ ਲਾਓ ਭਾਈ ਹਲਕੀਆਂ ਦੇ ਵਿੱਚ, ਦਰਮਿਆਨੀਆਂ 'ਚ, ਪਰ ਦੱਬੀ ਜਾ ਰਹੇ ਆ। ਇਹ ਵਿਧੀ DSR ਵਿਧੀ, ਡਾਇਰੈਕਟ ਸੀਡਡ ਰਾਈਸ, ਭਾਰੀਆਂ ਜ਼ਮੀਨਾਂ ਦੇ ਵਿੱਚ ਬਿਲਕੁਲ ਆਸਾਨੀ ਦੇ ਨਾਲ ਚੱਲ ਸਕਦਾ ਹੈ, ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਲੇਜ਼ਰ ਲੈਵਲਰ ਨਾਲ ਖੇਤ ਇਕਸਾਰ ਲੈਵਲ ਕਰਨੇ, ਪਾਣੀ ਦੀ ਬਚਤ 15-20% ਬਚਤ ਹੋ ਜਾਂਦੀ ਹੈ। ਟੈਂਸ਼ੋਮੀਟਰ ਇੱਕ ਛੋਟਾ ਜਿਹਾ ਯੰਤਰ ਆ, ਉਹਨੂੰ ਲਾ ਲਈਏ ਖੇਤ ਦੇ ਵਿੱਚ, ਉਹ ਵੀ ਦੱਸ ਦਿੰਦਾ ਵੀ ਹੁਣ ਪਾਣੀ ਲਾਉਣਾ ਹੈ, ਹੁਣ ਨਹੀਂ ਲੋੜ ਪਾਣੀ ਲਾਉਣ ਦੀ। ਸੂਖਮ ਸਿੰਚਾਈ ਵਿਧੀਆਂ, ਸਪ੍ਰਿੰਕਲਰ ਇਰੀਗੇਸ਼ਨ ਤੇ ਡ੍ਰਿਪ ਇਰੀਗੇਸ਼ਨ। ਆਮ ਜਿਹੜੀ ਆਪਾਂ ਫਲੱਡਿੰਗ ਯੂਜ਼ ਕਰਦੇ ਹਾਂ, ਆਮ ਕਿਆਰੇ ਭਰ ਕੇ ਲਾਉਂਦੇ ਹਨ, ਫਲੱਡਿੰਗ ਸਿਸਟਮ ਕਹਿੰਦੇ ਆ। ਇਹਦੇ 'ਚ ਪਾਣੀ ਦੀ ਜਿਹੜੀ ਐਫੀਸ਼ੀਐਂਸੀ ਹੈ ਨਾ, ਵਾਟਰ ਯੂਜ਼ ਐਫੀਸ਼ੀਐਂਸੀ ਸਿਰਫ 30-35% ਹੈ। ਇਹਦਾ ਮਤਲਬ 2/3 ਪਾਣੀ ਵੇਸਟ, ਬਰਬਾਦ, 1/3 ਸਾਡੇ ਕੰਮ ਆਉਂਦਾ। ਤੇ ਜਿਹੜੀ ਫੁਆਰਾ ਸਿੰਚਾਈ ਵਿਧੀ ਹੈ ਉਹਦੇ ਨਾਲ 50 ਤੋਂ 60% ਐਫੀਸ਼ੀਐਂਸੀ ਹੋ ਜਾਂਦੀ ਹੈ ਉਹਦੀ। ਤੇ ਜਦੋਂ ਡ੍ਰਿਪ ਇਰੀਗੇਸ਼ਨ ਤੇ ਆ ਜਾਂਦੇ ਆ, 80 ਤੋਂ 90% ਉਹਦੀ ਐਫੀਸ਼ੀਐਂਸੀ ਹੋ ਜਾਂਦੀ ਹੈ, ਬਲਕਿ ਬਰਬਾਦੀ ਹੈ ਜਿਹੜੀ ਮਿਨੀਮਾਈਜ਼ ਹੋ ਜਾਂਦੀ ਹੈ। ਔਰ ਉਹਦੇ ਵਿੱਚ ਜੇ ਤੁਸੀਂ ਨਿਊਟ੍ਰੀਐਂਟਸ ਉਹਦੇ ਰਾਹੀਂ ਦਿਓ ਡ੍ਰਿਪ ਇਰੀਗੇਸ਼ਨ ਦੇ ਨਾਲ, ਤਾਂ ਉਸ ਫਰਟੀਲਾਈਜ਼ਰ ਯੂਜ਼ ਐਫੀਸ਼ੀਐਂਸੀ ਉਹਦੀ 90% ਤੱਕ ਵੱਧ ਜਾਂਦੀ ਹੈ, ਜਿਹੜੀ ਕਿ ਆਮ ਤੌਰ ਤੇ ਬਹੁਤ ਹੀ ਘੱਟ ਹੈ। ਸਰਕਾਰ ਨੂੰ ਲੋੜ ਆ, ਚਾਹੀਦਾ ਹੈ ਕਿ ਕਿਸਾਨਾਂ ਨੂੰ ਇਹ ਸਹੂਲਤਾਂ, ਕਈ ਵਾਰੀ ਮੈਨੂੰ ਗੱਲ ਕਹਿ ਲੈਣ ਦਿਓ, ਮੋਦੀ ਸਾਹਿਬ ਵੀ ਜਿੱਦਾਂ ਮੈਂ ਪ੍ਰੀਚ ਕਰਦਾ ਨਾ, ਮੋਦੀ ਸਾਹਿਬ ਵੀ ਇੱਕ ਵਾਰੀ ਪ੍ਰੀਚ ਕਰਨ ਲੱਗ ਗਏ, पंजाब के किसान बर्बाद कर रहे हैं पानी को, ये ड्रिप ये वो, फुआरा लगाओ, ड्रिप विधि अपनाओ। भाई दिता की पंजाब नूं कुछ दिता? खाली भाषण नाल थोड़ी कुछ बनना है। आई एम सॉरी, मैनू नहीं सी इस पासे जाना चाहिए। वट्टां खालियां ਜਾਂ ਬੈੱਡ ਬਣਾ ਕੇ खेती करिए फसलों की, नैचुरली वाटर यूज एफिशिएंसी बढ़ जाएगी, भज्या जाता पानी। रीचार्ज करिए बारिश का पानी जिहड़ा धरती थले लैके जाइए। बारिश का पानी बड़ा बड़ा पवित्र साफ सुथरा पानी हुंदा है। रूफ वाटर हारवैसटिंग करिए, हो जाना चाहिए, लेजिस्लेशन बन जाना चाहिए कि जो भी नवी कंस्ट्रक्शन हो रही है जहाँ ਜਿਹੜੀਆਂ ਪੁਰਾਣੀਆਂ ਕੰਸਟਰਕਸ਼ਨਸ ਨੇ ਉਹਨਾਂ ਦੇ ਉੱਤੇ ਇਹ ਵਿਧੀ ਇੰਪਲੀਮੈਂਟ ਹੋਣੀ ਚਾਹੀਦੀ ਹੈ। ਕੋਈ ਲੈਜਿਸਲੇਸ਼ਨ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਪਾਣੀ ਸਾਡਾ ਬਰਬਾਦ ਨਾ ਹੋਵੇ। ਥੋੜ੍ਹੇ ਅਰਸੇ ਨਾਲ ਪੱਕਣ ਵਾਲੀਆਂ ਕਿਸਮਾਂ ਸਾਰੀਆਂ ਹੀ ਫਸਲਾਂ ਦੀਆਂ ਕੋਈ ਵੀ ਹੋਵੇ ਪਾਣੀ ਘੱਟ ਲੈਣਗੀਆਂ। ਯੂਰੀਏ ਦੀ ਵਰਤੋਂ ਪੱਤਾ ਰੰਗ ਚਾਰਟ ਦੇ ਨਾਲ ਕਰਨੀ ਤਾਂ ਕਿ ਸਾਡੀ ਪਾਣੀ ਦੀ ਗੁਣਵੱਤਾ, ਜਿਹੜਾ ਮੈਂ ਪਹਿਲਾਂ ਗੱਲ ਕੀਤਾ, ਹਵਾ ਦੀ ਗੁਣਵੱਤਾ ਜਿਹੜੀ ਨਾਈਟਰਸ ਆਕਸਾਈਡ ਜਾਂ ਨਾਈਟ੍ਰੇਟ ਇਹਦੇ 'ਚੋਂ ਬਣ ਕੇ ਜਾਣਾ ਉਹ ਘਟੇ। ਕਾਰਖਾਨਿਆਂ ਦੀ ਵੇਸਟ ਨੂੰ ਪਾਣੀ ਵਿੱਚ ਨਾ ਜਾਣ ਦੇਣਾ। ਕਈ ਤੇ ਸ਼ਰੇਆਮ ਹੀ ਸੁੱਟ ਰਹੇ ਆ, ਬੜਾ ਰੌਲਾ ਗੋਲਾ ਪਾਉਂਦੇ ਨੇ। ਸੰਤ ਬਲਬੀਰ ਸਿੰਘ ਸੀਚੇਵਾਲ ਵਿਚਾਰੇ ਬਹੁਤ ਖਪਦੇ ਨੇ, ਪੋਲਿਊਸ਼ਨ ਬੋਰਡ ਨਾਲ ਇਸ਼ੂਜ਼ ਟੇਕ ਅਪ ਕਰਦੇ ਨੇ, ਪਰ ਉਹਨਾਂ ਨੇ ਹੋਰ ਤਰੀਕਾ ਲੱਭ ਲਿਆ ਕਿ ਚਲੋ ਬਾਹਰ ਕੀ ਪਾਉਣਾ ਆ, ਕਰੋ ਬੋਰ ਧਰਤੀ ਥੱਲੇ ਥੱਲੇ ਸਿੱਧਾ ਹੀ ਸੁੱਟ ਦਿਓ ਅੰਦਰ ਅੰਦਰ ਹੀ, ਗੋਪਤੀ ਕਿਸੇ ਨੂੰ ਪਤਾ ਹੀ ਨਾ ਚੱਲੇ। ਸਭ ਕੁਝ ਵਾਪਰੀ ਜਾ ਰਿਹਾ, ਜ਼ਹਿਰਾਂ ਸਿੱਧੀਆਂ ਪੀਣ ਵਾਲੇ ਪਾਣੀ ਦੇ ਵਿੱਚ ਹੈਵੀ ਮੈਟਲਸ ਜਾ ਰਹੀਆਂ ਨੇ। ਕੋਈ ਚੈੱਕ ਨਹੀਂ।
ਔਰ ਸੀਵਰੇਜ ਦਾ ਪਾਣੀ ਹੈ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਵਿਧੀ ਦੇ ਨਾਲ ਸਾਫ਼ ਹੋ ਕੇ ਉਹ ਅੱਗੇ ਖੇਤੀ ਦੇ ਵਿੱਚ ਵਰਤਿਆ ਜਾਵੇ। ਇਸ ਤੋਂ ਇਲਾਵਾ ਹੋਰ ਸਾਡੇ ਕਰਨ ਗੋਚਰੇ ਕੰਮ, ਪਲਾਂਟੇਸ਼ਨ, ਵੱਧ ਤੋਂ ਵੱਧ ਦਰਖਤ ਲਾਈਏ ਸਾਂਝੀਆਂ ਥਾਵਾਂ 'ਤੇ, ਖੇਤਾਂ ਦੇ ਵਿੱਚ, ਘਰਾਂ ਦੇ ਵਿੱਚ, ਜਿੱਥੇ ਵੀ ਖਾਲੀ ਥਾਂ ਆ ਵੱਧ ਤੋਂ ਵੱਧ ਦਰਖਤ ਲਾਏ ਜਾਣ। ਔਰ ਟ੍ਰੈਡੀਸ਼ਨਲ ਦਰਖਤ ਸਾਡੇ ਨਿੰਮ, ਪਿੱਪਲ, ਬੋੜ, ਟਾਹਲੀ, ਫਰੂਟ ਪਲਾਂਟਸ ਤੋਂ ਵੀ ਕਿਉਂ ਗੁਰੇਜ਼ ਕਰਨਾ ਆ? ਆਪ ਨਾ ਤੋੜਾਂਗੇ ਕੋਈ ਦੂਜਾ ਖਾ ਲੂ ਤਾਂ ਕੀ ਹੈ, ਫਰੂਟ ਪਲਾਂਟਸ ਲਾ ਦਿਓ, ਕੋਈ ਬਹੁਤਾ ਫਰਕ ਨਹੀਂਗਾ। ਔਰ ਤੁਸੀਂ ਦੇਖੋ ਜਿੱਥੇ ਲੱਗੇ ਨੇ, ਬਾਬਾ ਸੇਵਾ ਸਿੰਘ ਜੀ ਅੱਜ ਨਹੀਂ ਆਏ, ਉਹਨਾਂ ਦੀ ਕੋਈ ਮਜਬੂਰੀ ਸੀਗੀ, ਅਸੀਂ ਬੁਲਾਇਆ ਸੀਗਾ, ਉਹਨਾਂ ਨੂੰ ਸੱਦਾ ਦਿੱਤਾ ਸੀਗਾ। ਦੇਖੋ ਜਾ ਕੇ ਡਾਕਟਰ ਰਘਬੀਰ ਸਿੰਘ ਬੈਠੇ ਨੇ ਖਡੂਰ ਸਾਹਿਬ ਦੇ, ਪਰਿਕਰਮਾ ਕਰੋ ਖਾ ਕਿਤੇ ਜਾ ਕੇ ਦੇਖੋ ਕਿਵੇਂ ਦਰਖਤ ਲੱਗੇ ਨੇ। ਲੱਗਦਾ ਨਜ਼ਰ ਆਉਂਦਾ ਨਾ ਕੰਮ, ਕਿਸੇ ਸ਼ਖਸੀਅਤ ਨੇ ਕੰਮ ਕੀਤਾ ਆ। ਬਾਬਾ ਸੀਚੇਵਾਲ ਦਾ ਕੀਤਾ ਹੋਇਆ ਕੰਮ ਦੇਖ ਲਓ, ਸਾਰੀ ਦੁਨੀਆ ਰਿਕੋਗਨਾਈਜ਼ ਕਰਦੀ ਹੈ, ਤੇ ਸਾਰਾ ਪੰਜਾਬ ਹੀ ਇੱਦਾਂ ਕਿਉਂ ਨਾ ਹੋਵੇ? ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਆ। ਬੜੇ ਇੰਪੋਰਟੈਂਟ ਓਕੇਜ਼ਨਸ ਆਉਂਦੇ ਨੇ ਸਾਡੇ ਘਰਾਂ ਦੇ ਵਿੱਚ, ਅਸੀਂ ਉਹਨਾਂ ਓਕੇਜ਼ਨਸ ਦੇ ਉੱਤੇ ਬੂਟੇ ਲਾ ਦਈਏ। ਰਸੋਈ ਦੀ ਰਹਿੰਦ ਖੂੰਹਦ ਨੂੰ ਘਰੇਲੂ ਬਗੀਚੇ ਵਿੱਚ ਗਾਲ ਕੇ ਮਿੱਟੀ ਦੀ ਸਿਹਤ ਵਧਾਉਣਾ। ਜੋ ਵੀ ਕੂੜਾ ਕਰਕਟ ਹੈ ਆਪਣੇ ਘਰ ਦਾ, 2 ਕੈਟਾਗਰੀਜ਼ ਸਾਨੂੰ ਕਰਨੀਆਂ ਪੈਣਗੀਆਂ। ਇੱਕ ਆਰਗੈਨਿਕ ਵਾਲੀ ਜਿਹੜੀ ਸਬਜ਼ੀਆਂ ਫਰੂਟਸ ਦੀ ਜੋ ਰਹਿੰਦ ਖੂੰਹਦ ਸਾਡੇ ਖਾਣੇ ਦੀ, ਉਹ ਇੱਕ ਪਾਸੇ, ਤੇ ਦੂਜਾ ਇੱਕ ਬੰਨੇ। ਔਰ ਇਹ ਹੈ ਜਿਹੜਾ ਇਹਨੂੰ ਚੁੱਪ ਕਰਕੇ ਘਰੇਲੂ ਬਗੀਚੀ ਹੈ ਨੇੜੇ, ਤੇ ਰੋਜ਼ ਦਾ ਰੋਜ਼ ਘਰੇਲੂ ਬਗੀਚੀ ਦੇ ਵਿੱਚ ਟੋਆ ਪੱਟੋ, ਇੱਕ ਟੱਕ ਮਾਰੋ, ਵਿੱਚ ਸਿੱਟੋ ਤੇ ਮਿੱਟੀ ਪਾ ਦਿਓ, ਗੱਲ ਖਤਮ। ਜੇ ਟੋਆ ਪੁੱਟਣਾ ਉਹਦੇ ਵਿੱਚ ਗਾਲ ਕੇ ਕੁਝ ਸਮੇਂ ਬਾਅਦ ਪਾਉਣਾ ਤਾਂ ਵੱਖਰੀ ਗੱਲ ਹੈ, ਉਹ ਤੁਹਾਡੀ ਮਰਜ਼ੀ। ਤੇ ਰੋਜ਼ ਦਾ ਰੋਜ਼ ਸਮੇਟਣਾ ਤਾਂ ਬਿਲਕੁਲ ਹੀ ਕੱਖ ਵੀ ਨਹੀਂ, ਮਿੰਟ 2 ਦਾ ਕੰਮ ਹੈ, ਸਾਰੇ 24 ਘੰਟਿਆਂ 'ਚ 2 ਮਿੰਟ। ਪੋਲੀਥੀਨ ਅਤੇ ਹੋਰ ਨਾ ਗਲਣਯੋਗ ਸਮੱਗਰੀ ਦੀ ਵਰਤੋਂ ਤੋਂ ਗੁਰੇਜ਼। ਪੋਲੀਥੀਨ ਸਾਨੂੰ ਸਾਰਿਆਂ ਨੂੰ ਪਤਾ, ਮੇਰਾ ਖਿਆਲ ਮੈਨੂੰ ਭਾਸ਼ਣ ਦੇਣ ਦੀ ਲੋੜ ਨਹੀਂ, ਗੱਲ ਤੇ ਪ੍ਰੈਕਟੀਕਲੀ ਅਮਲਾਂ 'ਚ ਲਿਆਉਣ ਦੀ ਲੋੜ ਆ। ਆ ਕਸੋਰੇ ਤੁਹਾਨੂੰ ਦਿੱਤੇ ਨਹੀਂ, ਕੱਲ ਚਾਹ ਕਸੋਰਿਆਂ ਦੇ ਵਿੱਚ ਦਿੱਤੀ ਆ। ਪੋਲੀਥੀਨ ਤੋਂ ਗੁਰੇਜ਼ ਕਰ ਲਿਆ, ਨਹੀਂ ਪਲਾਸਟਿਕ ਕੱਪ ਨਹੀਂ ਵਰਤੇ। ਇੱਦਾਂ ਹੀ ਭਗਤ ਜੀ ਦਾ ਪ੍ਰੋਗਰਾਮ ਹੋਇਆ ਸੀ ਪਿੱਛੇ ਜੇ, ਉਹਦੇ 'ਚ ਵੀ ਖਾਣਾ ਪੱਤਲਾਂ ਦੇ ਉੱਤੇ ਦਿੱਤਾ ਗਿਆ ਸੀ। ਮੈਨੂੰ ਵਿਚਰਨ ਦਾ ਮੌਕਾ ਮਿਲਦਾ ਸਾਰੀਆਂ ਸਟੇਟਸ ਦੇ ਵਿੱਚ, ਬਹੁਤ ਥਾਵਾਂ ਦੇ ਉੱਤੇ। ਜਦੋਂ ਅਸੀਂ ਫੀਲਡ ਦੇ ਵਿੱਚ ਹੁੰਦੇ ਹਾਂ, ਪੱਤਲਾਂ 'ਤੇ ਖਾਣਾ ਖਾਂਦੇ ਹਾਂ, ਪੱਤਲਾਂ 'ਤੇ ਮਿਲਦਾ। 5 ਸਟਾਰ 'ਚ ਵੀ ਖਾਇਆ ਜਾਂਦਾ, ਉਹਨਾਂ ਪੱਤਲਾਂ 'ਤੇ ਵੀ ਖਾਇਆ ਜਾਂਦਾ। ਉਹ ਤੋਂ ਜ਼ਿਆਦਾ ਮਜ਼ੇਦਾਰ ਲੱਗਦਾ, ਉਹ ਤੋਂ ਜ਼ਿਆਦਾ ਸਵਾਦਲਾ ਲੱਗਦਾ। ਘਰਾਂ ਤੇ ਖੇਤਾਂ ਵਿੱਚ ਪੰਛੀਆਂ ਦੇ ਰਹਿਣ ਤੇ ਭੋਜਨ ਦਾ ਪ੍ਰਬੰਧ। ਦੇਖੀ ਨਾ ਕੱਲ ਪਿਕਚਰ ਭਗਤ ਜੀ ਤੇ ਪਾ ਰਹੇ ਸੀ ਨਾ ਜਾਨਵਰਾਂ ਨੂੰ ਦਾਣੇ, ਉਹ ਜਾਨਵਰਾਂ ਦੇ ਵਿੱਚ ਵੀ ਉਹਨਾਂ ਨੂੰ ਰੱਬ ਦਿਸਦਾ ਸੀ, ਕਿਉਂਕਿ ਇਹ ਵੀ ਕੁਦਰਤ ਦੀ ਕ੍ਰੀਏਸ਼ਨ ਆ। ਤੇ ਸਾਨੂੰ ਤੇ ਬਾਬੇ ਨਾਨਕ ਨੇ ਤਾਂ 15ਵੀਂ ਸਦੀ ਦੇ ਵਿੱਚ ਹੀ ਦੱਸ ਦਿੱਤਾ ਸੀ, ਇਹ ਸਾਰੇ ਸਰੋਤ ਸਾਨੂੰ ਅਲਰਟ ਕਰ ਦਿੱਤਾ ਸੀਗਾ ਕਿ ਬੜੇ ਮਹੱਤਵਪੂਰਨ ਨੇ, ਇਹਨਾਂ ਨੂੰ ਪੂਰੀ ਅਹਿਮੀਅਤ ਦੇਣੀ ਹੈ। ਔਰ ਸੰਸਾਰ ਜਾਂ ਸ਼ਾਇਦ ਆਪਾਂ ਨੂੰ 20ਵੀਂ ਸਦੀ ਦੇ ਵਿੱਚ ਆ ਕੇ ਇਹ ਯਾਦ ਆਇਆ ਕਿ ਹਾਂ ਇਹ ਬਹੁਤ ਗੜਬੜ ਹੋ ਰਹੀ ਹੈ। ਗਲੋਬਲ ਵਾਰਮਿੰਗ, ਗ੍ਰੀਨ ਹਾਊਸ ਗੈਸਿਸ, ਕਾਰਬਨ ਡਾਈਆਕਸਾਈਡ, ਨਾਈਟਰਸ ਆਕਸਾਈਡ, ਮੀਥੇਨ, ਕਲੋਰੋਫਲੋਰੋਕਾਰਬਨਸ, ਜਿਹੜੇ ਆਪਣੇ ਫ੍ਰਿਜ ਏਸੀ ਸਿਸਟਮ 'ਚੋਂ ਨਿਕਲਦੀਆਂ ਗੈਸਾਂ ਨੇ, ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਹਾਂ। ਇਨਫਰਾਰੈੱਡ
ਰੇਡੀਏਸ਼ਨਸ ਅਬਜ਼ੌਰਬ ਕਰਨ ਦੀ ਪੋਟੈਂਸ਼ੀਅਲ ਇਹਨਾਂ ਦਾ, ਉਦਯੋਗ ਤੋਂ ਬੜੀਆਂ ਗੈਸਾਂ ਪੈਦਾ ਹੋ ਰਹੀਆਂ ਨੇ। ਔਰ ਖੇਤੀਬਾੜੀ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਸੈਕਟਰ ਤੋਂ 60% ਜਿਹੜੀ ਹੈ ਗਲੋਬਲ ਵਾਰਮਿੰਗ ਦੇ ਵਿੱਚ ਕੰਟਰੀਬਿਊਸ਼ਨ ਇਹਦਾ ਯੋਗਦਾਨ ਹੈ। ਡੇਅਰੀ ਤੋਂ ਮੀਥੇਨ ਹੋ ਰਹੀ ਹੈ, ਝੋਨੇ ਦੀ ਪਰਾਲੀ, ਝੋਨੇ ਦੀ ਖੇਤੀ ਨਾਲ ਮੀਥੇਨ, ਜਿੱਥੇ ਜਿੱਥੇ ਆਪਾਂ ਝੋਨਾ ਲੱਗ ਰਿਹਾ ਨਾ ਜਿਹੜੇ ਖੇਤਾਂ ਦੇ ਵਿੱਚ, ਸਮਝੋ ਕਿ ਮੀਥੇਨ ਦੀ ਫੈਕਟਰੀ ਕ੍ਰੀਏਟ ਕਰ ਰਹੇ ਹਾਂ ਆਪਾਂ। ਮੀਥੇਨ ਦੀ ਫੈਕਟਰੀ ਹਰੇਕ ਖੇਤ ਦੇ ਵਿੱਚ ਲੱਗ ਰਹੀ ਹੈ। ਹਾਈ ਮੋਇਸਚਰ ਵਾਧੂ ਹੈ ਪਾਣੀ ਤੇ, ਆਰਗੈਨਿਕ ਸਬਸਟ੍ਰੇਟ, ਇਟ ਐਕਟੀਵੇਟਸ ਦੀ ਐਕਟੀਵਿਟੀ ਆਫ ਮਿਥੋਜੈਨਿਕ ਬੈਕਟੀਰੀਆ। ਉਹ ਮਿਥੋਜੈਨਿਕ ਬੈਕਟੀਰੀਆ ਮੀਥੇਨ ਦੀ ਫੈਕਟਰੀਆਂ ਪੈਦਾ ਕਰ ਕਰਕੇ ਇਨਵਾਇਰਨਮੈਂਟ ਦੇ ਵਿੱਚ ਛੱਡੀ ਜਾ ਰਹੇ ਆ। ਵਾਤਾਵਰਨ ਦੇ ਵਿੱਚ ਉਥਲ ਪੁਥਲ ਮੈਂ ਗੱਲ ਕੀਤੀ ਆ, ਓਸੀਲੇਸ਼ਨਸ, ਐਕਸਟ੍ਰੀਮਸ। ਕੁਝ ਉਦਾਹਰਨਾਂ ਮੈਂ ਪੰਜਾਬ ਦੀਆਂ ਜੋ ਮੈਨੂੰ ਮਿਲ ਸਕੀਆਂ। ਤਾਪਮਾਨ ਵਿੱਚ ਅਨਿਯਮਿਤ ਵਾਧਾ ਵੀ ਘਾਟਾ ਵੀ, ਐਕਸਟ੍ਰੀਮਸ ਜਦੋਂ ਆ ਗਈਆਂ ਦੋਨੋਂ ਚੀਜ਼ਾਂ ਹੋਣਗੀਆਂ। ਉਹ ਨਿਰਧਾਰਤ ਸਮੇਂ ਅਤੇ ਮਾਤਰਾ ਤੋਂ ਵੀ ਅੱਗੇ ਪਿੱਛੇ ਹੋਏਗਾ, ਸਮੇਂ ਤੋਂ ਅੱਗੇ ਪਿੱਛੇ ਹੋਏਗਾ, ਮਾਤਰਾ ਤੋਂ ਘੱਟ ਵੱਧ ਹੋਏਗਾ। ਐਗਜ਼ਾਮਪਲਸ, ਪਠਾਨਕੋਟ ਦੇ ਵਿੱਚ 6-7 ਜਨਵਰੀ 2011 ਨੂੰ ਬਰਫ਼ਬਾਰੀ ਹੋਈ। ਕਦੀ ਆਪਣੇ ਬਰਫ਼ਬਾਰੀ ਮੈਦਾਨੀ ਇਲਾਕਿਆਂ 'ਚ ਨਹੀਂ ਹੁੰਦੀ। ਲੁਧਿਆਣੇ ਦੇ ਵਿੱਚ 12 ਅਗਸਤ 2011 ਨੂੰ 24 ਘੰਟਿਆਂ ਦੌਰਾਨ 400 ਮਿਲੀਮੀਟਰ ਬਾਰਿਸ਼ ਪਈ। ਬਾਰਿਸ਼ ਵੀ ਆਪਣੇ ਨਾ ਘਟਦੀ ਜਾ ਰਹੀ ਹੈ। ਠੀਕ ਹੈ ਵੀ ਆ ਨੀਮ ਪਹਾੜੀ ਇਲਾਕਿਆਂ ਦੇ ਵਿੱਚ 1200-1300, ਮਿਡ ਦੇ ਵਿੱਚ 700-800 ਤੇ ਗਾਂਹ ਜਾ ਕੇ ਤੇ 300-400 ਤੇ ਵੀ ਖਾਤਾ ਬੰਦ ਹੋ ਜਾਂਦਾ। ਤੇ ਐਵਰੇਜ ਆ ਜਿਹੜੀ ਉਹ 700 ਕੁਛ ਸੀ ਥੋੜ੍ਹਾ ਪਹਿਲਾਂ, ਹੁਣ ਤੇ 600 ਤੇ ਹੀ ਆ ਗਈ ਆ। ਤੇ ਇਹ 24 ਘੰਟਿਆਂ ਦੇ ਵਿੱਚ 400, ਇਹ ਆ ਐਕਸਟ੍ਰੀਮਸ। ਜੇ ਐਵਰੇਜ ਸਾਰੀ 400 ਤੇ 24 ਘੰਟਿਆਂ 'ਚ ਐਵਰੇਜ 600 ਤੇ 24 ਘੰਟਿਆਂ 'ਚ 400। ਬਠਿੰਡੇ ਦੇ ਵਿੱਚ 9 ਫਰਵਰੀ 2012 ਨੂੰ -0.4 ਡਿਗਰੀ ਸੈਲਸੀਅਸ ਟੈਂਪਰੇਚਰ। ਕਦੀ ਮਾਈਨਸ ਤੱਕ ਉੱਥੇ ਨਹੀਂ ਸੀ ਪਹੁੰਚਦਾ। ਬਠਿੰਡੇ ਦੇ ਵਿੱਚ ਜੂਨ ਜੁਲਾਈ 2012 ਦੇ ਵਿੱਚ ਲੁਧਿਆਣੇ ਨਾਲੋਂ ਜ਼ਿਆਦਾ ਬਾਰਿਸ਼। ਜਿੱਦਾਂ ਮੈਂ ਬਾਰਿਸ਼ ਦਾ ਪੈਟਰਨ ਤੁਹਾਨੂੰ ਦੱਸ ਹੀ ਦਿੱਤਾ। ਇਹ ਨੀਮ ਪਹਾੜੀ ਇਲਾਕੇ, ਫਿਰ ਸੈਂਟਰਲ ਆ ਜਾਂਦਾ ਲੁਧਿਆਣਾ, ਤੇ ਫਿਰ ਬਠਿੰਡੇ ਵਾਲਾ ਏਰੀਆ ਆ ਜਾਂਦਾ। ਉੱਥੇ ਬਠਿੰਡੇ ਏਰੀਏ ਦੇ ਵਿੱਚ ਜ਼ਿਆਦਾ ਲੁਧਿਆਣੇ ਦੇ ਨਾਲੋਂ। ਲੁਧਿਆਣੇ ਦੇ ਵਿੱਚ 13 ਜੂਨ 2013 ਨੂੰ 10 ਘੰਟਿਆਂ ਦੌਰਾਨ 178 ਮਿਲੀਮੀਟਰ ਬਾਰਿਸ਼ ਮਿਕਦਾਰ, ਜਿਹੜੀ ਆਪਾਂ ਕਹਿੰਦੇ ਆ ਕਲਾਊਡ ਬਰਸਟ, ਇਹ ਹੋਈ। ਇਹ ਵਾਤਾਵਰਨ, ਗਲੋਬਲ ਵਾਰਮਿੰਗ, ਇਨਵਾਇਰਨਮੈਂਟ ਦੇ ਉਥਲ ਪੁਥਲ ਤੇ ਆਹ ਕੰਸੀਕੁਐਂਸਿਸ। ਉੱਤਰਾਖੰਡ ਦੇ ਵਿੱਚ ਕੀ ਹੋਇਆ, J&K ਦੇ ਵਿੱਚ ਕੀ ਹੋਇਆ, ਰੀਸੈਂਟ ਉਦਾਹਰਨਾਂ ਨੇ, ਮੈਨੂੰ ਦੱਸਣ ਦੀ ਲੋੜ ਨਹੀਂ। ਵਿਦਿਅਕ ਅਦਾਰਿਆਂ ਦੀ ਕੀ ਭੂਮਿਕਾ ਹੋਵੇ। ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਏਗੀ। ਇਹ ਗੱਲਾਂ ਵਿਦਿਆਰਥੀਆਂ ਦੇ ਜ਼ਿਹਨ ਦੇ ਵਿੱਚ ਵੀ ਪਾਉਣੀਆਂ ਪੈਣਗੀਆਂ। ਵਾਤਾਵਰਨ ਨੂੰ ਸੰਤੁਲਿਤ ਬਣਾਉਣ ਦੇ ਵਿੱਚ ਯੋਗਦਾਨ ਪਾਉਣਾ ਪਏਗਾ, ਜਿਹੜਾ ਬਹੁਤ ਮਹੱਤਵਪੂਰਨ ਹੈ। ਇਕੋਲੋਜੀਕਲੀ ਸਸਟੇਨੇਬਲ ਡਿਵੈਲਪਮੈਂਟ ਬੱਚਿਆਂ ਨੂੰ ਸਿਖਾਉਣਾ ਪਏਗਾ, ਉਹਨਾਂ 'ਚ ਇਨਕਲਕੇਟ ਕਰਨਾ ਪਏਗਾ ਕਿ ਅਸੀਂ ਇਕੋਲੋਜੀਕਲ ਸਸਟੇਨੇਬਲ ਇਨਵਾਇਰਨਮੈਂਟ ਸਿਰਜਣਾ ਆ।
ਅੱਜ ਕੱਲ੍ਹ ਵੈਸੇ ਕੋਈ ਵੀ ਪ੍ਰੋਜੈਕਟ ਹੈ ਨਾ, ਕਿਤੋਂ ਵੀ ਸਬਮਿਟ ਹੁੰਦਾ ਕਿਸੇ ਵੀ ਏਜੰਸੀ ਲਈ ਅਪਰੂਵਲ ਲਈ, ਤਾਂ ਦਿਸ ਇਜ਼ ਵਨ ਆਫ ਦੀ ਇੰਪੋਰਟੈਂਟ ਕੰਪੋਨੈਂਟਸ ਆਫ ਦੋਜ਼ ਪ੍ਰੋਜੈਕਟਸ ਆਫ ਦੈਟ ਪ੍ਰੋਜੈਕਟ, ਕਿ ਇਹਦਾ ਇਕੋਲੋਜੀ 'ਤੇ ਕੀ ਫਰਕ ਪਏਗਾ ਉਹ ਦੱਸਣਾ ਪੈਂਦਾ, ਕਿਉਂਕਿ ਸਾਰੇ ਬੰਨੇ ਵਿਸ਼ਵ ਭਰ ਦੇ ਵਿੱਚ ਇਹਦੀ ਖੂਬ ਚਰਚਾ ਹੋਈ ਹੈ। ਰੋਲ ਆਫ ਇਨਵਾਇਰਮੈਂਟਲ ਇੰਸਟੀਟਿਊਸ਼ਨਸ ਟੂ ਪ੍ਰਿਪੇਅਰ ਸਟੂਡੈਂਟਸ ਫਾਰ ਪੀਪਲਸ ਮੂਵਮੈਂਟ। ਅਧਿਆਪਕਾਂ ਤੋਂ ਇਹ ਸੁਨੇਹਾ ਵਿਦਿਆਰਥੀਆਂ ਦੇ ਵਿੱਚ, ਵਿਦਿਆਰਥੀਆਂ ਤੋਂ ਅੱਗੇ ਇਹ ਸੁਨੇਹਾ ਮਾਪਿਆਂ ਦੇ ਵਿੱਚ, ਔਰ ਉਸ ਤੋਂ ਅੱਗੇ ਸਮਾਜ ਦੇ ਵਿੱਚ ਇੱਕ ਲੋਕ ਲਹਿਰ ਪੈਦਾ ਕਰਨੀ ਪਵੇਗੀ। ਇਹਦੇ ਲਈ ਇਨਵੋਲਵਮੈਂਟ ਆਫ ਹੈਡ, ਹਾਰਟ, ਹੈਂਡਸ ਐਂਡ ਈਵਨ ਸੋਲ, ਸਭ ਕੁਝ ਇਕੱਠਿਆਂ ਕਰਕੇ ਚੱਲਣਾ ਪਵੇਗਾ ਫॉर ਸਸਟੇਨੇਬਲ ਇਨਵਾਇਰਮੈਂਟ। ਆਤਮ ਪ੍ਰਕਾਸ਼ ਦੇ 3 ਆਬਜੈਕਟਿਵ, ਤੀਜਾ ਡਾਕਟਰ ਕਬੀਰ ਸਿੰਘ ਹੋਣਾ ਨੇ ਵਿਸਥਾਰ ਦੇ ਵਿੱਚ, ਪਹਿਲੇ 2 ਕੱਲ੍ਹ ਬੜੇ ਵਿਸਥਾਰ ਦੇ ਵਿੱਚ ਸਾਂਝੇ ਹੋਏ ਨੇ, ਔਰ ਉਹਦੇ ਕੰਟੈਕਸਟ ਦੇ ਵਿੱਚ ਕੁਝ ਲੈਕਚਰ ਦਲਾਵਰੀ ਸਾਹਿਬ ਦਾ ਹੁਣ ਵੀ ਹੋਣਾ ਹੈ। ਤੇ ਇਹ ਚੌਥਾ ਜਿਹੜਾ ਆਬਜੈਕਟਿਵ ਸੀਗਾ ਜਿਹਦੇ 'ਤੇ ਮੈਂ ਚੰਦ ਸ਼ਬਦ ਬੋਲ ਸਕਿਆ ਕਿ ਮਾਸ ਅਵੇਅਰਨੈਸ, ਪੀਪਲਸ ਮੂਵਮੈਂਟ, ਲੋਕ ਲਹਿਰ ਪੈਦਾ ਕਰਨੀ ਪਵੇਗੀ। ਜੁਡੀਸ਼ੀਅਸ ਯੂਜ਼ ਆਫ ਵਾਟਰ, ਮੈਂ ਫਿਰ ਰਿਪੀਟ ਕਰਦਾ ਜਿਹੜੇ ਅਸੀਂ ਇਹਦੇ ਵਿੱਚ ਇਨਲਿਸਟ ਕੀਤੇ ਨੇ, planting and nourishing trees, avoiding the use of polythene, facilitating nesting and feeding of birds, ਜਾਨਵਰ ਉਹਨਾਂ ਦੇ ਲਈ ਵੀ ਰਹਿਣ ਦਾ, ਖਾਣ ਦਾ ਪ੍ਰਬੰਧ ਕਰੀਏ। ਜਾਨਵਰ ਸਾਡੇ ਲਈ ਬੜਾ ਮਹੱਤਵਪੂਰਨ ਨੇ, ਇਹ ਵੀ ਕੁਦਰਤ ਦਾ ਹਿੱਸਾ ਨੇ, ਇਹ ਵੀ ਫੂਡ ਸਾਈਕਲ ਦੇ ਵਿੱਚ ਉਨੇ ਇੰਪੋਰਟੈਂਟ ਨੇ, ਸਾਡੀ ਖੇਤੀ ਦੇ ਵਿੱਚ ਬਹੁਤ ਮਹੱਤਵਪੂਰਨ ਨੇ। ਜੋ ਖਤਰਨਾਕ ਕੀੜੇ ਹੈ ਉਹਨਾਂ ਨੂੰ ਖਾਂਦੇ ਆ, ਅਸੀਂ ਇਹਨਾਂ ਦੀ ਗਿਣਤੀ ਵਧਾਈਏ। ਦੇਸੀ ਚਿੜੀਆਂ ਕਿਧਰੇ ਨਜ਼ਰ ਨਹੀਂ ਆਉਂਦੇ, ਬਾਜ ਕਿਧਰੇ ਨਜ਼ਰ ਨਹੀਂ ਆਉਂਦੇ, ਗਿਰਜਾਂ ਖਤਮ ਹੋ ਗਈਆਂ, ਗੁਟਾਰਾਂ ਦੀ ਗਿਣਤੀ ਵੀ ਬਹੁਤ ਹੱਦ ਤੱਕ ਘਟ ਗਈ ਹੈ, ਜਿਹੜੀ ਕਿ ਬਹੁਤ ਖਤਰਨਾਕ ਕੀੜੇ ਆ ਜਿਹੜੇ ਉਹ ਖਤਮ ਕਰ ਦਿੰਦੀ ਸੀ। ਐਜੂਕੇਟਿੰਗ ਫਾਰਮਰਸ ਟੂ ਫਾਲੋ ਲੀਫ ਕਲਰ ਚਾਰਟ ਟੂ ਰਿਡਿਊਸ ਕੰਜ਼ੰਪਸ਼ਨ ਆਫ ਯੂਰੀਆ, ਆਪਾਂ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ। ਰੀਸਾਈਕਲਿੰਗ ਕਿਚਨ ਵੇਸਟ, ਕ੍ਰੌਪ ਰੈਜ਼ੀਡਿਊਜ਼, ਖੇਤਾਂ ਦੇ ਵਿੱਚ ਤੇ ਕਿਚਨ ਵੇਸਟ ਆਪਣੀ ਘਰੇਲੂ ਬਗੀਚੀ ਦੇ ਵਿੱਚ ਜਾਂ ਖੇਤਾਂ ਦੇ ਵਿੱਚ, ਡਿਪੈਂਡਿੰਗ ਅਪੋਨ ਦੀ ਸਰਕਮਸਟੈਂਸਿਸ ਆਪਾਂ ਕਰ ਸਕਦੇ ਹਾਂ। ਇਨਵਾਇਰਮੈਂਟ ਦਾ ਇਸ਼ੂ ਬਹੁਤ ਮਹੱਤਵਪੂਰਨ ਇਸ਼ੂ ਆਪਣੀ ਸਟੇਟ ਦੇ ਵਿੱਚ, ਕੰਟਰੀ ਦੇ ਵਿੱਚ, ਇੰਟਰਨੈਸ਼ਨਲ ਲੈਵਲ ਦੇ ਉੱਤੇ ਡਿਸਕਸ ਹੋਇਆ। ਬਹੁਤ ਇਹਦੇ 'ਤੇ ਟ੍ਰੀਟੀਜ਼ ਹੋਈਆਂ ਨੇ, ਬਹੁਤ ਲੈਜਿਸਲੇਸ਼ਨ ਪਾਸ ਹੋਏ ਨੇ, ਮੈਂ ਉਹਨਾਂ ਦੇ ਵਿਸਥਾਰ ਦੇ ਵਿੱਚ ਨਹੀਂ ਜਾਣਾ। ਬਹੁਤ ਕੁਝ ਹੋ ਜਾਂਦਾ ਹੈ ਪਰ ਪ੍ਰੈਕਟੀਕਲ ਫਾਰਮ ਦੇ ਵਿੱਚ ਨਹੀਂ ਆਉਂਦਾ। ਗੱਲਾਂ ਬਾਤਾਂ ਕਰਕੇ ਖੇਡ ਖਿੱਲਰ ਜਾਂਦੀ ਹੈ। ਆਪਾਂ ਇਹ ਖੇਡ ਖਿੱਲਰਨ ਨਹੀਂ ਦੇਣੀ, ਆਪਾਂ ਇਹਦੇ 'ਤੇ ਪੂਰਾ ਪਹਿਰਾ ਦੇਣਾ ਹੈ। ਇਹਨੂੰ ਇੱਕ ਲੋਕ ਲਹਿਰ ਬਣਾਉਣਾ ਹੈ, ਇਹਨੂੰ ਆਪਣੇ ਅੰਗ ਸੰਗ ਲੈ ਕੇ ਜਾਣਾ ਹੈ। ਇਹਨੂੰ ਉੱਦਾਂ ਹੀ ਲੈ ਕੇ ਜਾਣਾ ਜਿੱਦਾਂ ਭਗਤ ਪੂਰਨ ਸਿੰਘ ਜੀ ਲੈ ਕੇ ਜਾਂਦੇ ਸੀ। ਮੇਰਾ ਖਿਆਲ ਅੱਜ ਆਪਾਂ ਇੱਥੇ ਇਹ ਨਿਸ਼ਚਾ ਕਰਕੇ ਚੱਲੀਏ, ਇੱਥੋਂ ਇਹ ਪ੍ਰਤਿੱਗਿਆ ਕਰਕੇ ਚੱਲੀਏ ਕਿ ਇਸ ਨੂੰ ਕੇਸਾਂ ਸੁਆਸਾਂ ਦੇ ਨਾਲ ਨਿਭਾਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਮੇਰੀਆਂ ਕੁਝ ਛੋਟੀਆਂ ਮੋਟੀਆਂ ਗੱਲਾਂ ਸੁਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।